ਹਰਿਆਣਾ ਕਮੇਟੀ ਦਾ ਮਹਿਜ਼ 2 ਸਾਲਾਂ ਦੇ ਵਿੱਚ 3-4 ਵਾਰ ਪ੍ਰਧਾਨ ਦਾ ਚਿਹਰਾ ਬਦਲਿਆ ਜਾਣਾ। ਕੁਝ ਗੈਰ ਕਾਨੂੰਨੀ ਕਸਰਤਾਂ ਜਿਹੜੀਆਂ ਮੇਰੇ ਸਾਥੀ ਮੈਂਬਰਾਂ ਨੇ ਕੀਤੀਆਂ, ਉਹਨਾਂ ਨੇ 4 ਦਿਨਾਂ ਬਾਅਦ ਜਿਨ੍ਹਾਂ ਨੇ ਉਹਨਾਂ ਦੇ ਸਰੋਪਾ ਪਾਇਆ ਸੀ, ਉਹਨਾਂ ਨੇ ਆਪਣੇ ਗੱਲ 'ਚ ਸਰੋਪਾ ਪਾ ਲਿਆ। ਉਹਨਾਂ ਕਿਹਾ ਵੀ ਹੁਣ ਮੈਂ ਪ੍ਰਧਾਨ ਹਾਂ, ਮੇਰੇ ਨਾਲ 24 ਮੈਂਬਰ ਆ। ਪਰ ਉਹਨਾਂ ਨੇ ਉਲਟੀ ਕਸਰਤ ਕਹਿੰਦੇ ਵੀ ਜਿਹੜਾ ਕਿ ਟੀਮ ਦਾ ਕੈਪਟਨ ਰਿਹਾ ਆਪਾਂ ਕੈਪਟਨ ਹੀ ਢਾਹ ਲੈਣਾ, ਵੀ ਕੈਪਟਨ ਹੀ ਹਟਾ ਦਿਓ, ਪ੍ਰਧਾਨ ਹੀ ਹਟਾ ਦਿਓ ਤੇ ਆਪਾਂ ਆਪ ਬਣ ਜਾਓ। ਹੁਣ ਮੋਰਚਾ ਤਾਂ ਜਿੱਤ ਹੀ ਲਿਆ। ਵੱਡੇ ਵਕੀਲ ਅਸੀਂ ਕੀਤੇ, ਪਹਿਲਾਂ ਵਾਲੇ ਵਕੀਲ ਜਿਹੜੇ ਸੀ ਉਹਨਾਂ ਦੀਆਂ ਫੀਸਾਂ ਨਾਲੋਂ ਡਬਲ ਫੀਸਾਂ ਵਾਲੇ ਵਕੀਲ ਕੀਤੇ ਵੀ ਵਧੀਆ ਕੇਸ ਦੀ ਪੈਰਵਾਈ ਕਰਨੀ ਹੈ। ਹਰਿਆਣਾ ਸਰਕਾਰ ਕੋਲੇ ਗਿਆ, ਪੰਜਾਬ ਸਰਕਾਰ ਕੋਲੇ ਗਿਆ, ਮੁੱਖ ਮੰਤਰੀ ਹਰਿਆਣਾ ਨੂੰ ਮਿਲਿਆ, ਮੁੱਖ ਮੰਤਰੀ ਪੰਜਾਬ ਨੂੰ ਮਿਲਿਆ, ਸੁਪਰੀਮ ਕੋਰਟ ਦੇ ਵਕੀਲਾਂ ਨੂੰ ਮਿਲਿਆ। ਬੜੀ ਜੱਦੋ-ਜਹਿਦ ਜਿਹੜੀ ਸੀ ਮੈਂ ਕੀਤੀ ਹੈ। ਮੈਂ ਤਾਂ ਉਸ ਵੇਲੇ ਵੀ ਪਹਿਲਾਂ ਵੀ ਮਨਾ ਕੀਤਾ ਸੀ ਉਸ ਵੇਲੇ ਕਿ ਮੈਂ ਮੁੱਖ ਸੇਵਾਦਾਰ ਨਹੀਂ ਬਣਨਾ, ਮੈਂ ਸਰਬੱਤ ਖਾਲਸਾ ਨੇ ਜਥੇਦਾਰ ਲਾਇਆ ਤਖਤ ਦਮਦਮਾ ਸਾਹਿਬ ਦਾ। ਪਰ ਉਹ ਕਹਿੰਦੇ ਨਹੀਂ ਤੁਸੀਂ ਇਹ ਸੇਵਾ ਨਿਭਾਓ, ਤੁਹਾਡੇ ਤੋਂ ਹੀ ਲੈਣੀ ਆ। ਤਾਂ ਮੈਂ ਚਲੋ ਮੈਂ ਕਿਹਾ ਮੈਂ ਇਲੈਕਸ਼ਨ ਕਰਾ ਦਿੰਦਾ, ਜਿਹੜਾ ਆਊ ਜਿੱਤ ਗਿਆ। ਮੈਂ ਕੈਂਡੀਡੇਟ ਵੀ ਨਹੀਂ ਸੀਗਾ। ਫਿਰ ਮੇਰੇ ਕੋਲ ਇੱਥੇ ਮੈਂਬਰ ਸਾਹਿਬਾਨ ਆਏ, ਇੱਕ ਦੇ ਨਾਲ 4 ਮੈਂਬਰ ਸੀ, ਇੱਕ ਦੇ ਨਾਲ 5-6 ਸੀਗੇ। ਉਹ ਸਾਰੇ ਮੇਰੇ ਕੋਲ ਆ ਕੇ ਕਹਿੰਦੇ ਵੀ, ਪਰ ਹਰਿਆਣੇ ਦੇ ਸਿੱਖਾਂ ਨੇ ਬੜੀਆਂ ਉਮੀਦਾਂ ਰੱਖੀਆਂ ਸੀ, ਸ਼ਾਇਦ ਉਹ ਉਮੀਦਾਂ 'ਤੇ ਖਰਾ ਨਹੀਂ ਉਤਰ ਸਕੇ ਅਤੇ ਜਿਸ ਕਰਕੇ ਦੁਬਾਰਾ ਉਹ ਸਾਰੀਆਂ ਸੀਟਾਂ ਹੀ ਹਾਰ ਗਏ। ਜਦੋਂ ਸਰਕਾਰਾਂ ਦੀਆਂ ਬਣਾਈਆਂ ਕਮੇਟੀਆਂ ਨੇ ਤਾਂ ਉਹਦਾ ਸਰਕਾਰਾਂ ਨਾਲ ਸਰੋਕਾਰ ਰਹਿੰਦਾ ਵਾ। ਉਹਨਾਂ ਨੇ ਤੁਹਾਡੇ ਖਿਲਾਫ ਮੋਰਚਾ ਆਖਰ ਕਿਹੜੀ ਵਜ੍ਹਾ ਬਣੀ ਕਿ ਜਿਹੜੀ ਪਿਛਲੇ ਦਿਨੀ ਐਡਹਾਕ ਦੀ ਮੀਟਿੰਗ ਦੇ ਵਿੱਚ ਤੁਹਾਡੀ ਜਗ੍ਹਾ ਤੇ ਮਹੰਤ ਕਰਮਜੀਤ ਸਿੰਘ ਨੂੰ ਜਿਹੜਾ ਲੈ ਆਉਂਦੇ, ਕਿਉਂਕਿ ਹੁਣ ਚਰਚਾ ਹੀ ਚੱਲ ਰਹੀ ਹੈ। ਉਸ ਵੇਲੇ ਜਦੋਂ ਹੁੱਡਾ ਸਰਕਾਰ ਨੇ ਬਣਾਏ ਸੀਗੇ ਮੈਂਬਰ ਸਾਹਿਬਾਨ, ਉਹ ਜ਼ਿਆਦਾ ਕਾਂਗਰਸੀ ਸੀ, ਕਿਉਂਕਿ ਕਾਂਗਰਸ ਸਰਕਾਰ ਸੀ, ਨੋਮੀਨੇਟਡ ਮੈਂਬਰ ਸੀਗੇ ਜੀ। ਅਤੇ ਜਦੋਂ ਮੈਂ ਮੁੱਖ ਸੇਵਾਦਾਰ ਬਣਿਆ ਸੀ, ਮੈਂ ਵੋਟਾਂ ਨਾਲ ਬਣਿਆ। ਪਹਿਲਾਂ ਸਰਬਸੰਮਤੀ ਨਾਲ ਮੈਨੂੰ ਬਣਾਇਆ, ਫਿਰ ਵੋਟਾਂ ਦੇ ਬਹੁਮਤ ਨਾਲ ਬਣਾਇਆ। ਮੈਂਬਰ ਉਹੀ ਸੀ ਜਿਹੜੇ ਕਾਂਗਰਸ ਸਰਕਾਰ ਦੇ ਬਣਾਏ ਸੀਗੇ। ਇੱਧਰ ਦਾ ਪ੍ਰਬੰਧ ਬੜਾ ਸ਼ਾਂਤਮਈ, ਕਿਸੇ ਨਾਲ ਕੋਈ ਗਾਲੀ ਗਲੋਚ ਨਹੀਂ, ਉੱਚਾ ਨਹੀਂ ਬੋਲਿਆ, ਕਿਸੇ ਨਾਲ ਕੋਈ ਥੱਪੜ ਚਪੇੜ ਨਹੀਂ। ਜਿੰਨੀ ਟਾਸਕ ਫੋਰਸ ਸੀ SGPC ਦੀ, ਉਹਨਾਂ ਤੋਂ ਵਰਸੇ ਅਸੀਂ ਫੜ ਲਏ ਅਤੇ ਅਸੀਂ ਮੱਥਾ ਟੇਕਿਆ ਗੁਰਦੁਆਰੇ। ਉਹ ਆਪਣੇ ਬੈਗ ਚੱਕੇ ਅਤੇ ਅੰਮ੍ਰਿਤਸਰ ਸਾਹਿਬ ਚਲੇ ਗਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਿਹਾ ਨਾਮ ਜਿਹਨੂੰ ਲੈ ਕੇ ਚਰਚਾ ਬਹੁਤ ਚੱਲ ਰਹੀ ਹੈ। ਪਿਛਲੇ ਦਿਨੀ 2020 ਦੇ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਿਹੜੀ ਕਿ ਸਰਬੱਤ ਖਾਲਸਾ ਵੱਲੋਂ ਮਿਲੀ ਹੋਈ ਜਥੇਦਾਰੀ ਦੀ ਸੇਵਾ ਦਾ ਜਿਹੜਾ ਕਿ ਉਹ ਅਸਤੀਫਾ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਹ ਹਰਿਆਣੇ 'ਚ ਆਉਂਦੇ ਨੇ। ਸਰਬਸੰਮਤੀ ਦੇ ਨਾਲ ਇਹਨਾਂ ਨੂੰ ਜੁਲਾਈ 2020 ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਜਾਂਦਾ ਹੈ। ਬੇਸ਼ੱਕ 2020 ਤੋਂ ਪਹਿਲਾਂ ਹਰਿਆਣੇ ਦੀ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪਹਿਚਾਣ ਹੈ ਉਹ ਨਾਮਾਤਰ ਸੀ। 2014 'ਚ ਬਣੀ ਕਮੇਟੀ ਦੀ ਪਹਿਚਾਣ ਨਾਮਾਤਰ ਸੀ। ਤਾਂ ਜਥੇਦਾਰ ਦਾਦੂਵਾਲ ਦੇ ਇਸ ਸੇਵਾ ਨੂੰ ਸਾਂਭਣ ਤੋਂ ਬਾਅਦ ਚਰਚਾ ਬੜੀ ਛਿੜ ਗਈ। ਲਗਾਤਾਰ ਚਰਚਾ ਚੱਲਦੀ ਰਹੀ। 2022 ਦੇ ਵਿੱਚ ਪਿਛਲੇ ਦਿਨੀ ਐਡਹਾਕ ਕਮੇਟੀ ਦੀ ਮੀਟਿੰਗ ਹੁੰਦੀ ਹੈ। 38 ਮੈਂਬਰ ਜਿਹੜੇ ਹੈ ਉਹ ਪ੍ਰਧਾਨ ਚੁਣ ਲੈਂਦੇ ਨੇ ਮਹੰਤ ਕਰਮਜੀਤ ਸਿੰਘ ਨੂੰ। ਤਾਂ ਉਸ ਤੋਂ ਬਾਅਦ ਚਰਚਾ ਹੋਰ ਤੇਜ਼ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ, ਉਹ ਵੀ ਬਹੁਤ ਸਾਰੇ ਸਵਾਲ ਦਾਗ ਰਹੇ ਨੇ। ਤਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਿਹੜੇ ਕਿ ਇਸ ਮੀਟਿੰਗ ਦੇ ਵਿੱਚੋਂ ਵੀ ਜਿਹੜਾ ਕਿ ਪਹਿਲਾਂ ਹੀ ਉਸ ਮੀਟਿੰਗ ਦਾ ਜਿਹੜਾ ਬਾਈਕਾਟ ਕਰਕੇ ਉਹ ਆ ਗਏ। ਸੰਗਤਾਂ ਨੂੰ ਜਿਹੜਾ ਹੈਗਾ ਬਹੁਤ ਜ਼ਿਆਦੀਆਂ ਇਹ ਕਿਆਸ ਅਰਾਈਆਂ ਸੀ, ਇਹ ਉਮੀਦਾਂ ਸੀ ਕਿ ਭਾਈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੀ ਪ੍ਰਧਾਨ ਬਣਨਗੇ, ਕਿਉਂਕਿ ਉਹਨਾਂ ਦੇ 2020 ਦੇ ਵਿੱਚ ਇਹ ਕਮੇਟੀ ਦੀ ਸੇਵਾ ਸੰਭਣ ਤੋਂ ਬਾਅਦ ਕਮੇਟੀ ਬੜੀ ਉੱਤੇ ਗਈ, ਚਰਚਾ ਤੇਜ਼ ਹੋਈ, ਨਗਰ ਕੀਰਤਨ ਕੱਢੇ ਗਏ, ਸਵਾਗਤ ਹੋਇਆ। ਤਾਂ ਅੱਜ ਅਸੀਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਬੈਠੇ ਹੋਏ ਹਾਂ, ਮੌਜੂਦ ਹਾਂ ਅਸੀਂ ਉਹਨਾਂ ਦੇ ਦਾਦੂ ਸਾਹਿਬ ਹਰਿਆਣਾ ਵਿਖੇ। ਕੁਝ ਸਮਾਂ ਗੱਲਬਾਤ ਕਰਾਂਗੇ। ਆਖਰ ਜਿਹੜੀ ਹਰਿਆਣੇ ਦੀ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਦੀ ਜਿਹੜੀ ਇਹ ਮੀਟਿੰਗ ਪਿਛਲੇ ਦਿਨੀ ਹੋਈ ਹੈ, ਉਹਦੇ ਵਿੱਚ ਕਿਸ ਤਰ੍ਹਾਂ ਮਹੰਤ ਕਰਮਜੀਤ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਇਤਰਾਜ਼ ਚੁੱਕੇ ਗਏ ਨੇ। ਮੀਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਇਤਰਾਜ਼ਯੋਗ ਗੱਲਾਂ ਆਈਆਂ ਨੇ ਕਿ ਨਸ਼ੇ ਦੇ ਨਾਲ ਉਹਨਾਂ ਦੇ ਸੰਬੰਧ ਨੇ, ਮਤਲਬ ਉਹਨਾਂ ਦੇ ਨਿੱਜੀ ਜਿਹੜਾ ਜੀਵਨ ਆ ਉਹ ਇੱਕ ਗੁਰਸਿੱਖ ਵਾਲਾ ਨਹੀਂ ਹੈਗਾ। ਤਾਂ ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜਥੇਦਾਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਸਵੀਰ ਸਿੰਘ ਜੀ, ਤੁਹਾਨੂੰ ਅਤੇ ਤੁਹਾਡੀ ਸਮੁੱਚੀ ਪੰਜਾਬ KTV ਦੀ ਟੀਮ ਨੂੰ ਸਤਿਕਾਰ ਸਹਿਤ ਅਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਦੂਵਾਲ ਸਾਹਿਬ ਜੀ, ਜਿਸ ਤਰ੍ਹਾਂ ਮੈਂ ਗੱਲ ਕੀਤੀ ਕਿ 2020 ਦੇ ਵਿੱਚ ਤੁਸੀਂ ਜਥੇਦਾਰੀ ਜਿਹੜੀ ਸਰਬੱਤ ਖਾਲਸਾ ਵੱਲੋਂ 2015 10 ਨਵੰਬਰ ਨੂੰ ਤੁਹਾਨੂੰ ਮਿਲੀ ਸੀ ਤਖਤ ਸ੍ਰੀ ਦਮਦਮਾ ਸਾਹਿਬ ਦੀ, ਉਹਦਾ ਅਸਤੀਫਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੌਂਪ ਕੇ ਪ੍ਰਧਾਨ ਬਣ ਜਾਂਦੇ ਹੋ। ਤਾਂ ਉਸ ਤੋਂ ਪਹਿਲਾਂ ਬਹੁਤ ਸ਼ਾਇਦ ਘੱਟ ਲੋਕਾਂ ਨੂੰ ਜਾਂ ਹਰਿਆਣੇ ਦੇ ਲੋਕਾਂ ਨੂੰ ਵੀ
ਘੱਟ ਚਰਚਾਵਾਂ ਸੀ ਵੀ ਹਰਿਆਣੇ ਦੀ ਵੱਖਰੀ ਕਮੇਟੀ ਵੀ ਕੋਈ ਹੈ, ਹਾਲਾਂਕਿ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਸੀ, ਤਾਂ ਬੜੀ ਗਰਮਜੋਸ਼ੀ ਦੇ ਨਾਲ ਲੋਕਾਂ ਨੇ ਤੁਹਾਡਾ ਸਵਾਗਤ ਵੀ ਕੀਤਾ, ਕਈ ਜਿਹੜੇ ਹੈਗੇ ਵੱਡੇ ਵੱਡੇ ਸੁਧਾਰ ਵੀ ਕੀਤੇ ਗਏ। ਤਾਂ ਅਸੀਂ 2 ਸਾਲ ਛੱਡ ਕੇ ਇੱਕ ਵਾਰੀ ਸਿੱਧਾ ਹੁਣ ਆ ਜਾਂਦੇ ਹਾਂ। ਜਿਹੜੀ 38 ਮੈਂਬਰਾਂ ਦੀ ਕਮੇਟੀ ਨੇ ਮਹੰਤ ਕਰਮਜੀਤ ਸਿੰਘ ਨੂੰ ਚੁਣ ਲਿਆ, ਤੁਸੀਂ ਉਸ ਮੀਟਿੰਗ ਦਾ ਵਿਰੋਧ ਕੀਤਾ, ਇਹ ਕੀ ਚੱਲ ਰਿਹਾ? ਮਤਲਬ ਪੰਜਾਬ ਦੀ ਸ਼੍ਰੋਮਣੀ ਕਮੇਟੀ ਜਿਹੜੀ ਹੈ 1 ਸਾਲ ਬਾਅਦ ਪ੍ਰਧਾਨ ਉਹਦਾ ਵੀ ਚੁਣਿਆ ਜਾਂਦਾ, ਬੜਾ ਉਹ ਚੁੱਪ ਚਪੀਤੇ ਜਾਂ ਉਹਨਾਂ ਦੀ ਆਪਣੀ ਮੀਟਿੰਗ ਹੁੰਦੀ ਹੈ, ਉੱਥੇ ਥੋੜ੍ਹਾ ਬਹੁਤਾ ਕਿਉਂਕਿ ਵੱਖਰਾ ਵੀ ਪ੍ਰਧਾਨ ਦੀ ਉੱਥੇ ਜਿਹੜੀਆਂ ਆਜ਼ਾਦ ਕੁਛ 2-3 ਮੈਂਬਰੀ ਦੀਆਂ ਸੀਟਾਂ ਨੇ, ਉਹ ਕਹਿੰਦੇ ਵੀ ਇਹਨੂੰ ਚੁਣਨਾ, ਪਰ ਨਹੀਂ ਬਹੁਮਤ ਸ਼੍ਰੋਮਣੀ ਅਕਾਲੀ ਦਲ ਦੇ ਧਿਰ ਕੋਲ ਆ ਤਾਂ ਉਹ ਚੁਣ ਲੈਂਦੇ ਆ। ਹਰਿਆਣਾ ਕਮੇਟੀ ਦਾ ਮਹਿਜ਼ 2 ਸਾਲਾਂ ਦੇ ਵਿੱਚ 3-4 ਵਾਰ ਪ੍ਰਧਾਨ ਦਾ ਚਿਹਰਾ ਬਦਲਿਆ ਜਾਣਾ, ਇਹਦੇ ਕੀ ਮਾਇਨੇ ਨੇ? ਦੇਖੋ ਭਾਈ ਜਸਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਅੱਜ 23 ਦਸੰਬਰ 2022 ਆ ਜੀ, ਤੇ ਸ਼ਹੀਦੀ ਪੰਦਰਵਾੜਾ ਚੱਲ ਰਿਹਾ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਦਾ ਛੱਡਣਾ, ਸਰਸਾ ਤੇ ਪਰਿਵਾਰ ਵਿਛੋੜਾ ਹੋਣਾ ਜੀ, ਫਿਰ ਕੋਟਲਾ ਨਿਹੰਗ ਖਾਂ, ਭਾਈ ਬਚਿੱਤਰ ਸਿੰਘ ਵਰਗਿਆਂ ਦੀ ਸ਼ਹਾਦਤ, ਫਿਰ ਚਮਕੌਰ ਦੀ ਗੜੀ ਜੀ, 2 ਸਾਹਿਬਜ਼ਾਦੇ ਵੱਡੇ ਔਰ 3 ਪਿਆਰੇ ਤੇ ਜਾਨਾਂ ਤੋਂ ਪਿਆਰੇ ਗੁਰੂ ਦੇ ਸਿੰਘ, ਭਾਈ ਜੈਤਾ ਜੀ ਵਰਗੇ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ, ਉਹਨਾਂ ਦੀ ਸ਼ਹਾਦਤ, ਫਿਰ ਸਰਹੰਦ ਦਾ ਸਾਕਾ ਜੋ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਔਰ ਉਸ ਤੋਂ ਬਾਅਦ ਜਿਹੜਾ ਸਾਰਾ ਇਹ ਆਪਣਾ ਬਾਬਾ ਮੋਤੀ ਰਾਮ ਮਹਿਰਾ ਉਹਨਾਂ ਦਾ ਦੁੱਧ ਛਕਾਉਣਾ, ਤੇ ਫਿਰ ਉਹਨਾਂ ਦੀ ਸ਼ਹਾਦਤ ਪਰਿਵਾਰ ਦੀ, ਵਿਦਵਾਨ ਟੋਡਰ ਮੱਲ ਨੇ ਅਸ਼ਰਫੀਆਂ ਦੇ ਨਾਲ ਜਿਹੜਾ ਮੁੱਲ ਲੈ ਕੇ ਜਗ੍ਹਾ 'ਤੇ ਸੰਸਕਾਰ ਕਰਨਾ, ਇਹ ਸਾਰੀ ਜਿਹੜਾ ਇਤਿਹਾਸ ਆ 15 ਦਿਨਾਂ ਦਾ ਸ਼ਹੀਦੀ ਪੰਦਰਵਾੜਾ, ਮੈਂ ਇਹਨੂੰ ਨਤਮਸਤਕ ਹਾਂ ਸਤਿਗੁਰਾਂ ਨੂੰ, ਸਾਹਿਬਜ਼ਾਦਿਆਂ ਨੂੰ, ਗੁਰਸਿੱਖਾਂ ਨੂੰ ਜੀ। ਉਹਨਾਂ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ ਜੀ। ਤਾਂ ਗੁਰੂ ਸਾਹਿਬ ਦੀਆਂ ਨਾ ਮਹਾਨ ਕੁਰਬਾਨੀਆਂ ਨੂੰ, ਗੁਰੂ ਦੇ ਸਾਹਿਬਜ਼ਾਦਿਆਂ ਨੂੰ, ਸਿੰਘਾਂ ਦੀਆਂ ਕੁਰਬਾਨੀਆਂ ਨੂੰ ਮੈਂ ਨਤਮਸਤਕ ਹਾਂ। ਉਸ ਤੋਂ ਬਾਅਦ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਤੋਂ ਬਾਅਦ, ਉਹਨਾਂ ਦੇ ਸ਼ਹੀਦੀ ਸਾਕਿਆਂ ਨੂੰ ਪ੍ਰਣਾਮ ਕਰਨ ਤੋਂ ਬਾਅਦ ਮੈਂ ਅਗਲੀ ਵਿਚਾਰ ਵੱਲ ਵਧਣਾ ਚਾਹੂੰਗਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਕਿ ਬਹੁਤ ਵੱਡੀ ਚਰਚਾ ਜਿਹੜੀ ਆ ਉਹ ਸੰਸਾਰ 'ਚ ਹੋ ਰਹੀ ਹੈ। ਮੈਂ ਥੋੜ੍ਹਾ ਜਿਹਾ ਇਹਦੇ ਪਿਛੋਕੜ 'ਚ ਵੀ 2-4 ਮਿੰਟ ਲੈਣਾ ਚਾਹੂੰਗਾ ਜੀ। ਬਿਲਕੁਲ, ਕਿ ਹਰਿਆਣਾ ਸੂਬਾ ਵੱਖਰਾ ਬਣਿਆ, ਪੰਜਾਬ ਸੂਬੇ ਦੀ ਲੜਾਈ ਹੋਈ, ਪੰਜਾਬ ਵਾਸਤੇ ਗ੍ਰਿਫਤਾਰੀਆਂ, ਜੇਲ੍ਹਾਂ ਭਰੀਆਂ ਗਈਆਂ, ਸ਼ਹਾਦਤ ਵੀ ਕਾਕਾ ਇੰਦਰਜੀਤ ਸਿੰਘ ਵਰਗਿਆਂ ਦੀ ਕਰਨਾਲ, ਜੋ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾ ਰਿਹਾ ਸੀਗਾ ਜੀ, ਔਰ ਇਹ ਸ਼ਹਾਦਤਾਂ ਵੀ ਹੋਈਆਂ। ਉਸ ਤੋਂ ਬਾਅਦ ਹਰਿਆਣਾ ਹਿਮਾਚਲ ਬਣਿਆ, ਨਾਲ ਹੀ ਜਦੋਂ ਪੰਜਾਬ ਵੱਖਰਾ ਸੂਬਾ ਬਣਿਆ, ਬੜਾ ਵੱਡਾ ਸੂਬਾ ਸੀ, ਛੋਟਾ ਰਹਿ ਗਿਆ। ਔਰ ਉਸ ਤੋਂ ਬਾਅਦ ਜਦੋਂ ਹਰਿਆਣਾ ਵੱਖਰਾ ਬਣਿਆ, ਉਦੋਂ ਜਿਹੜਾ 1966 ਦਾ ਐਕਟ ਸੀਗਾ ਜਿਹੜਾ ਵੱਖਰੇ ਪੰਜਾਬ ਹਰਿਆਣੇ ਦਾ, ਉਹਦੇ ਵਿੱਚ ਲਿਖਿਆ ਗਿਆ ਸੀ ਕਿ ਹਰਿਆਣਾ ਆਪਣੀ ਵੱਖਰੀ ਗੁਰਦੁਆਰਾ ਕਮੇਟੀ ਬਣਾ ਸਕਦਾ। ਪਹਿਲਾਂ ਇਹ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ, ਅੱਜ ਵੀ ਬਹੁਤ ਗੁਰਦੁਆਰਿਆਂ ਦਾ ਉਹਨਾਂ ਕੋਲ ਹੀ ਆ ਬਹੁਤਾਤ। ਤਾਂ ਉਸ ਤੋਂ ਬਾਅਦ 1966 ਤੋਂ ਬਾਅਦ ਇਹਦੀ ਕੋਈ ਬਹੁਤੀ ਮੰਗ ਨਹੀਂ ਉੱਠੀ। ਬਾਅਦ ਵਿੱਚ ਅੱਜ ਤੋਂ 20-25 ਸਾਲ ਪਹਿਲਾਂ ਸਿੱਖਾਂ ਨੇ ਮੰਗ ਜਿਹੜੀ ਸੀ ਉਠਾਈ ਸੀਗੀ ਕਿ ਹਰਿਆਣਾ ਦੀ ਵੱਖਰੀ ਕਮੇਟੀ ਜਿਹੜੀ ਆ ਉਹ ਬਣਾਈ ਜਾਵੇ ਗੁਰਧਾਮਾਂ ਦੀ ਸੇਵਾ ਸੰਭਾਲ ਲਈ, ਕਿ ਉਹਨਾਂ ਪ੍ਰਬੰਧ ਸੁਚੱਜਾ ਨਹੀਂ ਹੁੰਦਾ। ਸ਼੍ਰੋਮਣੀ ਕਮੇਟੀ ਦਾ ਮੁੱਖ ਦਫ਼ਤਰ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆ, ਤੇ ਉਹ ਇੱਥੇ ਦੇਖਭਾਲ ਨਹੀਂ ਬਹੁਤਾ ਕਰਦੀ, ਤੇ ਇੱਥੇ ਦੀਆਂ ਗੋਲਕਾਂ ਜਿਹੜੀਆਂ ਨੇ ਉਹਦੀ ਵੀ ਦੁਰਵਰਤੋਂ ਜਿਹੜੀ ਆ ਉਹ ਹੁੰਦੀ ਆ। ਤਾਂ ਇਹ ਜੱਦੋਜਹਿਦ 20-25 ਸਾਲ ਜਦੋਂ ਪਹਿਲਾਂ ਆਰੰਭ ਹੋਈ ਆ, ਤਾਂ ਉਹਦੇ ਵਿੱਚ ਇੱਕ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਡਹਾਕ ਬਣਾ ਕੇ ਚੋਣਾਂ ਵੀ ਲੜੀਆਂ ਗਈਆਂ, ਜਿਹੜੀਆਂ 11 ਸੀਟਾਂ ਹਰਿਆਣੇ ਦੇ ਵਿੱਚ ਲੜੀਆਂ ਜਾਂਦੀਆਂ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੀ। ਤਾਂ ਉਦੋਂ ਉਹਨਾਂ 11 ਸੀਟਾਂ ਦੇ ਵਿੱਚੋਂ ਵੱਖਰੀ ਅਡਹਾਕ, ਵੱਖਰੀ ਹਰਿਆਣਾ ਕਮੇਟੀ ਦੇ ਨਾਂ 'ਤੇ 7 ਸੀਟਾਂ ਜਿਹੜੀਆਂ ਸੀਗੀਆਂ ਉਹ ਜਿੱਤੀਆਂ ਵੀ ਅਡਹਾਕ ਨੇ। ਜਦੋਂ ਇਹ 7 ਸੀਟਾਂ ਜਿੱਤੀਆਂ, ਸ਼ਾਇਦ 2004 ਦੀ ਗੱਲ ਹੈ, 2011 ਤੱਕ ਫਿਰ 7-8 ਸਾਲ ਇਹ ਜਿਹੜੇ ਮੈਂਬਰ ਸਾਹਿਬਾਨ ਰਹੇ। ਪਰ ਹਰਿਆਣੇ ਦੇ ਸਿੱਖਾਂ ਨੇ ਬੜੀਆਂ ਉਮੀਦਾਂ ਰੱਖੀਆਂ ਸੀ, ਸ਼ਾਇਦ ਉਹ ਉਮੀਦਾਂ 'ਤੇ ਉਹ ਖਰਾ ਨਹੀਂ ਉਤਰ ਸਕੇ, ਤੇ ਜਿਸ ਕਰਕੇ ਦੁਬਾਰਾ ਉਹ ਸਾਰੀਆਂ ਸੀਟਾਂ ਹੀ ਹਾਰ ਗਏ। ਅੱਛਾ ਜੀ। ਤਾਂ ਫਿਰ ਉਸ ਤੋਂ ਬਾਅਦ ਹਰਿਆਣਾ ਕਮੇਟੀ ਦੀ ਮੰਗ ਵੀ ਥੋੜ੍ਹੀ ਠੰਡੀ ਪੈ ਗਈ ਕਿ ਜਿਹੜੇ ਉਹ ਜਿੱਤੇ ਸੀਗੇ ਉਹ ਉਹਨਾਂ ਵਧੀਆ ਸ਼ਾਇਦ ਕੰਮ ਨਹੀਂ ਕਰ ਸਕੇ, ਤਾਂ ਹਰਿਆਣੇ ਦੀਆਂ ਸੰਗਤਾਂ ਨੇ ਫਤਵਾ ਉਹਨਾਂ ਦੇ ਉਲਟ ਦੇ ਦਿੱਤਾ। ਤਾਂ ਮੁੜ ਜਿਹੜਾ ਸੀਗਾ ਫਿਰ 2014 'ਚ ਜਾ ਕੇ ਹਰਿਆਣਾ ਸਰਕਾਰ ਦੇ ਵੱਲੋਂ, ਜਿਹੜਾ ਉਸ ਵੇਲੇ ਚੌਧਰੀ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਸੀ, ਉਹਨਾਂ ਨੇ ਗੁਰਦੁਆਰਾ ਐਕਟ 2014 ਹੋਂਦ ਵਿੱਚ ਲਿਆਂਦਾ। ਤਾਂ ਉਹਦੇ ਅਧੀਨ ਜਿਹੜੇ 52 ਗੁਰਦੁਆਰੇ ਸੀ ਉਹਨਾਂ ਦੇ ਪ੍ਰਬੰਧ ਦੀ ਗੱਲ ਕਹੀ। ਤਾਂ ਜਿੰਨਾ ਚਿਰ ਵਾਰਡਬੰਦੀ ਕਰਨੀ, ਵੋਟਾਂ ਬਣਾਉਣੀਆਂ, ਉਹਦੇ ਲਈ ਅਡਹਾਕ ਕਮੇਟੀ ਬਣਾਈ ਗਈ 41 ਮੈਂਬਰੀ,
ਕਿ 41 ਮੈਂਬਰੀ 18 ਮਹੀਨਿਆਂ ਵਾਸਤੇ ਕੰਮ ਕਰੇਗੀ ਜੀ। 18 ਮਹੀਨਿਆਂ 'ਚ ਜਿਹੜਾ ਹੈ ਹਰਿਆਣਾ ਸਰਕਾਰ 2 ਕਮਿਸ਼ਨ ਬਣਾਏਗੀ, ਗੁਰਦੁਆਰਾ ਜੁਡੀਸ਼ਲ ਕਮਿਸ਼ਨ ਔਰ ਇੱਕ ਜਿਹੜਾ ਹੈ ਗੁਰਦੁਆਰਾ ਚੋਣ ਕਮਿਸ਼ਨ, ਤੇ ਜਿਹੜੀ ਨਾਲ ਰਲ ਕੇ ਫਿਰ ਵਾਰਡਬੰਦੀ ਕਰੇਗੀ ਇਹ ਜਿਹੜੀ ਐਡਹੌਕ ਕਮੇਟੀ ਹੈ, ਤੇ ਇਹ ਵੋਟਾਂ ਬਣਵਾਏਗੀ ਤੇ ਉਹਨਾਂ ਚਿਰ ਇਹ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਹਰਿਆਣਾ ਕਮੇਟੀ ਕਰੇਗੀ, ਇਹ ਪ੍ਰਬੰਧ ਟੇਕ ਓਵਰ ਕਰ ਲਏਗੀ ਜੀ। ਵੈਸੇ 40 ਹਲਕੇ ਜਿਹੜੇ ਆ, ਪਰ ਇਹ ਐਡਹੌਕ ਕਮੇਟੀ ਸੀ, ਇਹਦੇ 41 ਤਾਂ ਕਿ ਕਿਤੇ ਵੋਟਿੰਗ ਹੁੰਦੀ ਆ ਤਾਂ ਬਰਾਬਰ ਓਡੀ ਬੰਦਾ ਜਿਹੜਾ ਹੈਗਾ ਕਲੀ ਜੋਟਾ ਉਹਦੇ ਅਨੁਸਾਰ ਜਿਹੜਾ ਹੈ 41 ਬਣਾਤੇ। ਵੈਸੇ ਜਦੋਂ ਇਹਦੀ ਵਾਰਡਬੰਦੀ ਹੋਣੀ ਤਾਂ 40 ਹਲਕੇ ਹਰਿਆਣੇ ਦੇ ਬਣਨੇ ਆ, 9 ਮੈਂਬਰ ਨੋਮੀਨੇਟ ਹੋਣੇ ਆ ਤੇ 49 ਦਾ ਪੂਰਾ ਜਰਨਲ ਹਾਊਸ ਹੋਣਾ ਜੀ। ਜਦੋਂ ਇਹ ਸੰਗਤਾਂ ਨੇ ਚੁਣ ਕੇ ਭੇਜਣੇ ਆ ਮੈਂਬਰ ਜਦੋਂ ਇਲੈਕਸ਼ਨ ਹੁੰਦੀ ਹੈ। ਤਾਂ ਇਹ 2014 ਦੇ ਵਿੱਚ ਇਸ ਤਰ੍ਹਾਂ ਇਹ ਜਿਹੜਾ ਬਣਾਇਆ ਗਿਆ। ਕਈ ਦਿਨ ਧਰਨੇ ਮੁਜ਼ਾਹਰੇ ਚੱਲਦੇ ਰਹੇ, ਪਹਿਲਾਂ ਵੀ ਬੜਾ ਸੰਘਰਸ਼ ਕੀਤਾ ਸਿੰਘਾਂ ਨੇ ਵੱਖਰੀ ਕਰਨ ਵਾਸਤੇ, ਚਲੋ ਐਕਟ ਬਣ ਗਿਆ ਹੁੱਡਾ ਸਰਕਾਰ ਵੇਲੇ। ਕਈ ਦਿਨ ਦੀ ਜਦੋਜਹਿਦ ਤੋਂ ਬਾਅਦ ਵੀ ਜਦੋਂ ਪ੍ਰਬੰਧ ਨਹੀਂ, ਫਿਰ ਮੈਂ ਸਿੰਘਾਂ ਨੂੰ ਨਾਲ ਲੈ ਕੇ ਕਾਫੀ ਤਾਂ ਅਸੀਂ ਜਿਹੜਾ ਪ੍ਰਬੰਧ ਸੰਭਾਲਿਆ। ਇੱਕ ਗੁਰਦੁਆਰਾ ਪਾਸੇ 6ਵੀਂ ਤੇ 9ਵੀਂ ਝੀਕਾ ਦਾ, ਜਿੱਥੇ ਹੁਣ ਸਾਡਾ ਹਰਿਆਣਾ ਕਮੇਟੀ ਦਾ ਹੈੱਡ ਆਫਿਸ ਅੱਜ ਤੱਕ ਚੱਲ ਰਿਹਾ ਸੀਗਾ, ਉਹਦੇ ਨਾਲ ਹੀ 3-4 ਗੁਰਦੁਆਰਿਆਂ ਦਾ ਹੋਰ ਪ੍ਰਬੰਧ ਸੰਭਾਲ ਲਿਆ। ਫਿਰ ਇੱਧਰ ਦਾ ਪ੍ਰਬੰਧ ਬੜਾ ਸ਼ਾਂਤਮਈ, ਕਿਸੇ ਨਾਲ ਕੋਈ ਗਾਲੀ ਗਲੋਚ ਨਹੀਂ, ਉੱਚਾ ਨਹੀਂ ਬੋਲਿਆ, ਕਿਸੇ ਨਾਲ ਕੋਈ ਥੱਪੜ ਚਪੇੜ ਨਹੀਂ। ਜਿੰਨੀ ਟਾਸਕ ਫੋਰਸ ਸੀ SGPC ਦੀ, ਉਹਨਾਂ ਤੋਂ ਵਰਸੇ ਅਸੀਂ ਫੜ ਲਏ ਤੇ ਅਸੀਂ ਮੱਥਾ ਟੇਕਿਆ ਗੁਰਦੁਆਰੇ, ਉਹ ਆਪਣੇ ਬੈਗ ਚੱਕੇ ਤੇ ਅੰਮ੍ਰਿਤਸਰ ਸਾਹਿਬ ਚਲੇ ਗਏ। ਪਰ ਉੱਧਰ ਕੁਰਸ਼ੇਤਰ ਕੀ ਹੋਇਆ ਕਿ ਉੱਥੇ ਜਿਹੜੇ ਧਰਨੇ ਤੇ ਬੈਠੀਆਂ ਸੰਗਤਾਂ, ਉਹਨਾਂ ਨੇ ਕਿਹਾ ਵੀ ਦਾਦੂਵਾਲ ਹੁਣਾਂ ਨੇ ਉਹ ਗੁਰਦੁਆਰੇ ਦਾ ਪ੍ਰਬੰਧ ਸਾਂਭ ਲਿਆ, ਆਪਾਂ ਇਹ ਵੀ ਸਾਂਭ ਲਈਏ। ਪਰ ਉੱਥੇ ਵਿਚਾਲੇ ਫੋਰਸਾਂ ਲੱਗੀਆਂ, ਬੈਰੀਕੇਡ ਸੀਗੇ ਤੇ ਹੈੱਡ ਆਫਿਸ ਵੀ ਐਕਟ ਅਨੁਸਾਰ ਗੁਰਦੁਆਰਾ ਪਾਤਸ਼ਾਹੀ 6ਵੀਂ ਸੀਗਾ ਜੀ। ਉੱਥੇ ਉਹ ਗਾਂਹ ਵਧੇ ਪੁਲਿਸ ਨਾਲ ਟਕਰਾਅ ਹੋ ਗਿਆ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਇੱਕ ਮੈਂਬਰ ਦੇ ਰਾਹੀਂ ਸੁਪਰੀਮ ਕੋਰਟ 'ਚ ਰਿਟ ਪਾਈ ਹੋਈ ਸੀ, ਉਹਦੇ ਤੇ ਸੁਣਵਾਈ ਹੋ ਗਈ, ਸਟੇਟਸ ਕੋ ਹੋ ਗਿਆ ਕਿ ਉਹਨਾਂ ਚਿਰ ਜਿੰਨਾ ਚਿਰ ਇਹ ਕੇਸ ਦੀ ਜਿਹੜੀ ਸੁਣਵਾਈ, ਉਹਨਾਂ ਚਿਰ ਸਟੇਟਸ ਕੋ, ਜਿੱਥੇ SGPC ਰਹੇ, ਜਿੱਥੇ HSGMC ਆ ਉੱਥੇ ਉਹ ਰਹੇ। 5 ਗੁਰਦੁਆਰਿਆਂ ਦਾ ਪ੍ਰਬੰਧ ਸਾਡੇ ਕੋਲ ਸੀ, ਬਾਕੀ SGPC ਕੋਲ 52 ਜਿਹੜੇ ਐਕਟ ਅਨੁਸਾਰ ਸੀਗੇ ਉਹਨਾਂ ਦੇ ਵਿੱਚੋਂ। ਉਸ ਤੋਂ ਬਾਅਦ ਜਿਹੜਾ ਸੀਗਾ, ਚਲੋ ਵੱਖਰੀ ਐਗਜ਼ੈਕਟਿਵ ਜਿਹੜੀ ਐਡਹੌਕ ਕਮੇਟੀ ਬਣੀ, ਇਹਨਾਂ ਦੀ 11 ਮੈਂਬਰੀ ਐਗਜ਼ੈਕਟਿਵ, ਮੈਂ ਉਸ ਵੇਲੇ ਤੋਂ ਐਗਜ਼ੈਕਟਿਵ ਮੈਂਬਰ ਚੱਲਦਾ ਰਿਹਾ ਇਹਦਾ 6 ਸਾਲ ਲਗਾਤਾਰ। 6 ਸਾਲਾਂ 'ਚ ਵੀ ਬੜੇ ਉਤਰਾਅ ਚੜ੍ਹਾਅ ਆਏ। ਚਲੋ ਜਿਨ੍ਹਾਂ ਨੇ ਪ੍ਰਬੰਧ ਚੰਗਾ ਕੀਤਾ, ਮਾੜਾ ਕੀਤਾ, ਉਹਨਾਂ ਆਪਣਾ ਪ੍ਰਬੰਧ ਉਸ ਵੇਲੇ 6 ਸਾਲ ਉਹਨਾਂ ਨੇ ਚਲਾਇਆ। ਮੇਰੇ ਜਦੋਂ ਵੀ ਸਮਾਂ ਲੱਗਦਾ ਸੀ ਮੈਂ ਹਾਜ਼ਰੀ ਦਿੰਦਾ ਰਿਹਾ ਉਹਦੇ ਵਿੱਚ, ਜਦੋਂ ਕੋਈ ਐਗਜ਼ੈਕਟਿਵ ਦੀਆਂ ਮੀਟਿੰਗਾਂ ਹੁੰਦੀਆਂ ਜਾਂ ਜਰਨਲ ਹਾਊਸ ਹੁੰਦਾ ਸੀਗਾ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਪ੍ਰਧਾਨ ਸੀਗੇ ਉਹਨਾਂ ਦੀ ਸਿਹਤ ਨਸਾਜ ਹੋ ਗਈ, ਉਹ ਫਿਰ ਵੀ ਅਸਤੀਫਾ ਨਹੀਂ ਸੀ ਦੇ ਰਹੇ। ਚਲੋ ਅਸਤੀਫਾ ਲੈ ਲਿਆ ਉਹਨਾਂ ਤੋਂ, ਜਰਨਲ ਹਾਊਸ ਨੇ ਫਿਰ ਉਹ ਮੈਨੂੰ ਮਨਜ਼ੂਰ ਕਰ ਲਿਆ। ਜਦੋਂ ਮਨਜ਼ੂਰ ਕੀਤਾ ਤਾਂ ਮੈਨੂੰ ਸਰਬਸੰਮਤੀ ਨਾਲ ਉਸ ਦਿਨ ਜਰਨਲ ਹਾਊਸ ਨੇ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ। ਜੁਲਾਈ 2020 ਦੇ ਵਿੱਚ, 13 ਜੁਲਾਈ 2020 ਦੇ ਵਿੱਚ ਜੀ ਮੈਨੂੰ ਮੁੱਖ ਸੇਵਾਦਾਰ ਬਣਾਇਆ। ਮੈਂ ਕਿਹਾ ਨਹੀਂ, ਜਿਹੜਾ ਆਵੇ ਇੱਥੇ ਇਲੈਕਸ਼ਨ ਵੋਟਾਂ ਨਾਲ ਸਾਰੇ ਮੈਂਬਰ ਸਾਹਿਬਾਨ ਵੋਟ ਦਾ ਇਸਤੇਮਾਲ ਕਰੋ। ਮੈਂ ਇਲੈਕਸ਼ਨ ਅਨਾਉਂਸ ਕਰ ਦਿੱਤੀ 13 ਅਗਸਤ ਦੀ, 1 ਮਹੀਨੇ ਬਾਅਦ ਹੀ। ਤਾਂ ਫਿਰ ਮੈਂ ਤਾਂ ਉਸ ਵੇਲੇ ਵੀ ਪਹਿਲਾਂ ਵੀ ਮਨਾ ਕੀਤਾ ਸੀ ਉਸ ਵੇਲੇ ਕਿ ਮੈਂ ਮੁੱਖ ਸੇਵਾਦਾਰ ਨਹੀਂ ਬਣਨਾ, ਮੈਂ ਸਰਬੱਤ ਖਾਲਸਾ ਨੇ ਜਥੇਦਾਰ ਲਾਇਆ ਤੱਕ ਦਮਦਮਾ ਸਾਹਿਬ ਦਾ। ਪਰ ਉਹ ਕਹਿੰਦੇ ਨਹੀਂ, ਤੁਸੀਂ ਇਹ ਸੇਵਾ ਨਿਭਾਓ, ਤੁਹਾਡੇ ਤੋਂ ਹੀ ਲੈਣੀ ਆ। ਤਾਂ ਮੈਂ ਚਲੋ ਮੈਂ ਕਿਹਾ ਮੈਂ ਇਲੈਕਸ਼ਨ ਕਰਾ ਦਿੰਦਾ, ਜਿਹੜਾ ਆਊ ਜਿੱਤ ਗਿਆ। ਮੈਂ ਕੈਂਡੀਡੇਟ ਵੀ ਨਹੀਂ ਸੀਗਾ। ਫਿਰ ਮੇਰੇ ਕੋਲੇ ਇੱਥੇ ਮੈਂਬਰ ਸਾਹਿਬਾਨ ਆਏ, ਇੱਕ ਦੇ ਨਾਲ 4 ਮੈਂਬਰ ਸੀ, ਇੱਕ ਦੇ ਨਾਲ 5-6 ਸੀਗੇ। ਉਹ ਸਾਰੇ ਮੇਰੇ ਕੋਲ ਆ ਕੇ ਕਹਿੰਦੇ ਵੀ ਤੁਹਾਨੂੰ ਹੀ ਕੈਂਡੀਡੇਟ ਬਣਾਉਣਾ, ਕੁਛ ਤੁਹਾਡੇ ਨਾਲ ਨੇ ਮੈਂਬਰ ਸਾਹਿਬਾਨ ਤੇ ਤੁਹਾਨੂੰ ਹੀ ਅਸੀਂ। ਜਦੋਂ ਉਹਨਾਂ ਨੇ ਹੁਕਮ ਲਾਇਆ ਤਾਂ ਚਲੋ ਮੈਨੂੰ ਕੈਂਡੀਡੇਟ ਬਣਾ ਦਿੱਤਾ। ਮੈਂ ਉਹਨਾਂ ਦਾ ਹੁਕਮ ਸਿਰ ਮੱਥੇ ਜਿਵੇਂ ਪਹਿਲਾਂ ਮੰਨਿਆ, ਜਰਨਲ ਹਾਊਸ ਨੇ ਮੈਨੂੰ ਸਰਬਸੰਮਤੀ ਨਾਲ ਬਣਾਇਆ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇਲੈਕਸ਼ਨ ਹੋਈ 13 ਅਗਸਤ ਨੂੰ, ਉਦੋਂ ਮੈਨੂੰ ਵੋਟਾਂ ਦੇ ਬਹੁਮਤ ਦੇ ਨਾਲ ਮੁੱਖ ਸੇਵਾਦਾਰ ਜਿਹੜਾ ਸੀ ਬਣਾ ਦਿੱਤਾ ਗਿਆ। 3 ਕੈਂਡੀਡੇਟ ਖੜੇ ਹੋਏ ਸੀਗੇ ਤੇ ਇੱਕ ਕੈਂਡੀਡੇਟ ਨੇ ਵੀ ਮੈਨੂੰ ਆਪਣੀ ਵੋਟ ਜਿਹੜੀ ਸੀ ਮੈਨੂੰ ਪਾ ਦਿੱਤੀ ਉਹਨੇ, ਤੇ ਇਸ ਕਾਰਨ ਕਰਕੇ ਜਿਹੜਾ ਵੋਟ ਸੀ ਮੇਰੇ ਵੱਧ ਗਏ। ਉਧਰਲੇ ਪਾਸੇ ਜਿਹੜਾ ਕੈਂਡੀਡੇਟ ਸੀ ਉਹ ਵੋਟਾਂ ਨਾਲ ਹਾਰ ਗਿਆ। ਉਦੋਂ ਤੋਂ ਮੈਂ ਪ੍ਰਬੰਧ ਇਹਦਾ ਕਰਦਾ ਆ ਰਿਹਾ। ਫਿਰ ਮੈਂ ਕਾਨੂੰਨੀ ਲੜਾਈ ਜਿਹੜੀ ਸੁਪਰੀਮ ਕੋਰਟ ਦਾ ਕੇਸ ਸੀ ਉਹ ਲੜਿਆ ਜੀ। ਵੱਡੇ ਵਕੀਲ ਅਸੀਂ ਕੀਤੇ, ਪਹਿਲਾਂ ਵਾਲੇ ਵਕੀਲ ਜਿਹੜੇ ਸੀ ਉਹਨਾਂ ਦੀਆਂ ਫੀਸਾਂ ਨਾਲੋਂ ਡਬਲ ਫੀਸਾਂ ਵਾਲੇ ਵਕੀਲ ਕੀਤੇ ਵੀ ਵਧੀਆ ਅਸੀਂ ਕੇਸ ਦੀ ਪੈਰਵਾਈ ਕਰਨੀ ਹੈ।
ਹਰਿਆਣਾ ਸਰਕਾਰ ਕੋਲੇ ਗਿਆ, ਪੰਜਾਬ ਸਰਕਾਰ ਕੋਲੇ ਗਿਆ, ਮੁੱਖ ਮੰਤਰੀ ਹਰਿਆਣਾ ਨੂੰ ਮਿਲਿਆ, ਮੁੱਖ ਮੰਤਰੀ ਪੰਜਾਬ ਨੂੰ ਮਿਲਿਆ, ਸੁਪਰੀਮ ਕੋਰਟ ਦੇ ਵਕੀਲਾਂ ਨੂੰ ਮਿਲਿਆ। ਬੜੀ ਜੱਦੋ-ਜਹਿਦ ਜਿਹੜੀ ਸੀ ਮੈਂ ਕੀਤੀ ਹੈ ਕਾਨੂੰਨੀ ਲੜਾਈ ਵਾਸਤੇ, ਜਿੱਥੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਚੱਜਾ ਕੀਤਾ, ਧਰਮ ਪ੍ਰਚਾਰ ਕੀਤਾ, ਲੈਬੋਰਟਰੀਆਂ ਖੁਲਾਈਆਂ, ਕੰਪਿਊਟਰ ਸੈਂਟਰ, ਗੁਰਪੁਰਬ ਵੱਡੀ ਪੱਧਰ ਤੇ ਮਨਾਏ, ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ, ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਕੀਤਾ, ਰਿਹਾਇਸ਼ਾਂ ਬਣਾਈਆਂ, ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਕੋਲੋਂ ਜਿਹੜਾ ਸੀ ਸਾਰਾ ਉਦਮ ਕਰਵਾਇਆ। ਹਰ ਪੰਥਕ ਮੁੱਦੇ ਦੇ ਉੱਤੇ ਐਗਜ਼ੈਕਟਿਵ 'ਚ ਮਤੇ ਪਾਸ ਕਰਕੇ ਅਸੀਂ ਆਪਣੇ ਮੰਗ ਪੱਤਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਹਰਿਆਣਾ ਨੂੰ, ਕਿਸਾਨ ਅੰਦੋਲਨ 'ਚ ਵੀ ਮੈਡੀਕਲ ਕੈਂਪ, ਲੰਗਰ ਦੀ ਸੇਵਾ, ਹਰ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਯੋਗਦਾਨ ਪਹੁੰਚਦੀ ਹਰ ਮਸਲੇ ਦੇ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਸੀ, ਕੋਸ਼ਿਸ਼ ਕੀਤੀ। ਹੁਣ ਕੀ ਹੋਇਆ ਕਿ ਵਾਹਿਗੁਰੂ ਨੇ ਕਿਰਪਾ ਕੀਤੀ, ਹਰ ਤਰ੍ਹਾਂ ਦੇ ਨਾਲ ਉਦਮ ਦੇ ਕਰਕੇ 20 ਸਤੰਬਰ 2022 ਨੂੰ ਇਹਦਾ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀ ਰਿਟ ਪਟੀਸ਼ਨ ਖਾਰਜ ਕਰਕੇ ਤੇ ਕਾਨੂੰਨੀ ਮਾਨਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਦਿੱਤੀ ਜੀ। ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਮਿਲ ਗਈ ਤਾਂ ਉਸ ਤੋਂ ਬਾਅਦ ਜਿਹੜਾ ਤੁਸੀਂ ਜ਼ਿਕਰ ਕੀਤਾ, ਚਾਹੀਦਾ ਤਾਂ ਇਹ ਸੀਗਾ ਕਿ ਸਾਰੇ ਮੈਂਬਰ ਸਾਹਿਬਾਨ ਆਉਂਦੇ, ਧੰਨਵਾਦ ਕਰਦੇ ਸੀ, ਵਾਹਿਗੁਰੂ ਦਾ ਸ਼ੁਕਰ ਕਰਦੇ, ਤੇ ਉਸ ਤੋਂ ਬਾਅਦ ਅਸੀਂ ਜਿਹੜੀ ਸੀ ਸੇਵਾ ਸੰਭਾਲ ਕਰਦੇ, ਗੁਰਦੁਆਰਿਆਂ ਦਾ ਪ੍ਰਬੰਧ ਟੇਕ ਓਵਰ ਕਰਦੇ। ਪਰ ਕੁਝ ਗੈਰ ਕਾਨੂੰਨੀ ਕਸਰਤਾਂ ਜਿਹੜੀਆਂ ਮੇਰੇ ਸਾਥੀ ਮੈਂਬਰਾਂ ਨੇ ਕੀਤੀਆਂ, ਉਹਨਾਂ ਨੇ ਕੈਥਲ ਇਕੱਠ ਕਰ ਲਿਆ, ਝਿੰਡਾ ਸਾਹਿਬ ਹੋਣਾ ਗਿਆ, ਮੇਰਾ ਨਾਂ 33 ਮੈਂਬਰ ਆ, ਮੈਂ ਪ੍ਰਧਾਨ ਬਣ ਗਿਆ, ਹੁਣ ਦਾਦੂਵਾਲ ਨਹੀਂ ਆ। ਫਿਰ 4 ਦਿਨਾਂ ਬਾਅਦ ਜਿਨ੍ਹਾਂ ਨੇ ਉਹਨਾਂ ਦੇ ਸਰੋਪਾ ਪਾਇਆ ਸੀ, ਉਹਨਾਂ ਨੇ ਆਪਣੇ ਗੱਲ 'ਚ ਸਰੋਪਾ ਪਾ ਲਿਆ, ਉਹਨਾਂ ਕਿਹਾ ਵੀ ਹੁਣ ਮੈਂ ਪ੍ਰਧਾਨ ਆ, ਮੇਰੇ ਨਾਲ 24 ਮੈਂਬਰ ਆ। ਉਹ ਗੱਲਾਂ ਦੋਨੇ ਹੀ ਨਾ ਚੱਲੀਆਂ, ਕਾਨੂੰਨੀ ਤੌਰ ਗੈਰ ਕਾਨੂੰਨੀ ਗੱਲ ਸੀ। ਮੈਂ ਪ੍ਰਧਾਨ ਜਿਹੜਾ ਸੀਗਾ ਉਹ ਮੈਂ ਸੇਵਾ ਨਿਭਾਉਂਦਾ ਰਿਹਾ 2.5 ਮਹੀਨੇ, ਜਿਹੜਾ ਸੀਗਾ ਇਸੇ ਤਰੀਕੇ ਨਾਲ ਜਿਹੜੀ ਆ ਸੇਵਾ ਸੰਭਾਲ ਜਿਹੜੀ ਸਾਡੀ ਉਹ ਚੱਲਦੀ ਰਹੀ ਜੀ। ਹੁਣ ਤੁਸੀਂ ਵੀ ਦੇਖੋ ਜਸਵੀਰ ਸਿੰਘ ਜੀ ਸਿਆਣੇ, ਜਦੋਂ ਕਿਤੇ ਕਬੱਡੀ ਦਾ ਮੈਚ ਹੋਵੇ, ਕ੍ਰਿਕਟ ਦਾ ਮੈਚ ਹੋਵੇ, ਹਾਕੀ ਦਾ ਮੈਚ ਹੋਵੇ, ਜਦੋਂ ਜਿਹੜੀ ਟੀਮ ਜਿੱਤਦੀ ਉਹ ਆਪਣੇ ਕੈਪਟਨ ਨੂੰ ਮੋਢਿਆਂ ਤੇ ਚੱਕ ਕੇ ਗਰਾਊਂਡ ਦਾ ਗੇੜਾ ਦਿੰਦੀ ਆ, ਪ੍ਰਵਾਨੀ ਖੇੜਾ। ਮੇਰੇ ਮੈਂਬਰ ਸਾਹਿਬਾਨਾਂ ਨੂੰ ਚਾਹੀਦਾ ਤੇ ਇਹ ਸੀ ਸਾਰੇ ਮੇਰੇ ਨਾਲ ਆਉਂਦੇ ਤੇ ਅਸੀਂ ਜਿਹੜਾ ਸੀ ਮੇਰਾ ਸਗੋਂ ਇਸ ਗੱਲ ਦਾ ਮਿਹਨਤ ਦਾ ਮੈਨੂੰ ਸਗੋਂ ਧੰਨਵਾਦ ਕਰਦੇ। ਪਰ ਉਹਨਾਂ ਨੇ ਉਲਟੀ ਕਸਰਤ ਕਹਿੰਦੇ ਵੀ ਜਿਹੜਾ ਕਿ ਟੀਮ ਦਾ ਕੈਪਟਨ ਰਿਹਾ ਆਪਾਂ ਕੈਪਟਨ ਹੀ ਢਾਹ ਲੈਣਾ, ਵੀ ਕੈਪਟਨ ਹੀ ਹਟਾ ਦਿਓ, ਪ੍ਰਧਾਨ ਹੀ ਹਟਾ ਦਿਓ ਤੇ ਆਪਾਂ ਆਪ ਬਣ ਜਾਓ। ਹੁਣ ਮੋਰਚਾ ਤਾਂ ਜਿੱਤ ਹੀ ਲਿਆ ਜੀ। ਬਿਲਕੁਲ। ਤਾਂ ਮੈਂ ਇਹ ਵਿਸਥਾਰ ਦੇ ਵਿੱਚ ਸਾਨੂੰ ਜਿਹੜਾ ਹੈਗਾ ਜਥੇਦਾਰ ਦਾਦੂਵਾਲ ਸਾਹਿਬ ਨੇ ਦੱਸਿਆ ਵੀ ਆਖਰ ਹਰਿਆਣਾ ਕਮੇਟੀ ਦੀ ਜਿਹੜੀ ਹੈਗੀ ਆ ਬੁਨਿਆਦ ਕੀ ਹੈ, ਕਿਸ ਤਰ੍ਹਾਂ 2014 ਦੇ ਵਿੱਚ ਹੁੱਡਾ ਸਰਕਾਰ ਜਦੋਂ ਹਰਿਆਣਾ ਦੇ ਵਿੱਚ ਬਣੀ ਤਾਂ ਉਹਨਾਂ ਨੇ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਇਹ ਲਾਗੂ ਕਰ ਦਿੱਤਾ। ਫਿਰ ਕੋਰਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲੀ ਜਾਂਦੀ ਹੈ ਤਾਂ 2020 ਤੱਕ ਜਿਹੜਾ ਹੈਗਾ ਉਹ ਕੋਰਟ ਦੇ ਵਿੱਚ ਸੀਗਾ ਮਸਲਾ। 20 ਸਤੰਬਰ ਨੂੰ ਅਦਾਲਤ ਨੇ ਇਹ ਕਹਿ ਦਿੱਤਾ ਵੀ ਹਰਿਆਣੇ ਦੀ ਵੱਖਰੀ ਕਮੇਟੀ ਨੂੰ ਜਿਹੜੀ ਮਾਨਤਾ ਮਿਲ ਗਈ, ਕਿਉਂਕਿ ਸ਼੍ਰੋਮਣੀ ਕਮੇਟੀ ਦੀ ਜਿਹੜੀ ਪਟੀਸ਼ਨ ਸੀ ਉਹ ਖਾਰਜ ਹੋ ਗਈ। ਤਾਂ ਉਦੋਂ ਤੋਂ ਜਥੇਦਾਰ ਜੀ ਇੱਕ ਪਾਸੇ ਤੇ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਹੈ ਵਿਰੋਧ ਕਰ ਰਹੀ ਹੈ ਵੀ ਦੇਖੋ ਇਹਦੇ ਨਾਲ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਜਿਹੜੀ 100 ਸਾਲ ਪੁਰਾਣੀ ਸੰਸਥਾ ਹੈ, ਉਹਦੇ ਜਿਹੜਾ ਹੈਗਾ ਮਾਨ ਸਤਿਕਾਰ ਨੂੰ ਉਹਦੇ ਜਿਹੜਾ ਹੈਗਾ ਵਕਾਰ ਨੂੰ ਬਹੁਤ ਜ਼ਿਆਦਾ ਢਾਹ ਲੱਗੀ। ਇੱਕ ਤੇ ਉਹ ਹੋ ਗਈ ਜੀ। ਦੂਜੀ ਹਰਿਆਣੇ ਦੇ ਵਿੱਚ ਹੀ ਜਿੱਦਾਂ ਤੁਸੀਂ ਕਿਹਾ ਵੀ ਮੈਂ 2014 ਤੋਂ ਲੈ ਕੇ ਹੀ ਨਹੀਂ ਬਲਕਿ ਤੁਸੀਂ 2007 ਤੋਂ ਲੈ ਕੇ ਡੇਰਾ ਸਰਸਾ ਦੇ ਖਿਲਾਫ ਜਾਂ ਹੋਰ ਸਿੱਖ ਵਿਰੋਧੀ ਤਾਕਤਾਂ ਦੇ ਖਿਲਾਫ ਤੁਸੀਂ ਜਿਹੜਾ ਹੈਗਾ ਉਹ ਪਹਿਲਕਦਮੀ ਕੀਤੀ ਆ। ਤਾਂ ਹਰਿਆਣੇ ਦੇ ਹੀ ਤੁਹਾਡੇ ਉਹ ਮੈਂਬਰ ਜਿਨ੍ਹਾਂ ਨੂੰ ਤੁਸੀਂ ਨਾਲ ਲੈ ਕੇ ਉਹਨਾਂ ਨੂੰ ਵੀ ਸੇਵਾਵਾਂ ਦਵਾਈਆਂ, ਉਹਨਾਂ ਨੂੰ ਵੀ ਨਾਲ ਸਿੱਖੀ ਸਮਾਗਮਾਂ 'ਚ ਸ਼ਾਮਲ ਕੀਤਾ, ਮਾਣ ਸਤਿਕਾਰ ਵੀ ਉਹਨਾਂ ਨੂੰ ਮਿਲਿਆ, ਉਹਨਾਂ ਨੇ ਤੁਹਾਡੇ ਖਿਲਾਫ ਮੋਰਚਾ ਆਖਰ ਕਿਹੜੀ ਵਜ੍ਹਾ ਬਣੀ ਵੀ ਜਿਹੜੀ ਪਿਛਲੇ ਦਿਨੀ ਐਡ ਹਾਕ ਦੀ ਮੀਟਿੰਗ ਦੇ ਵਿੱਚ ਤੁਹਾਡੀ ਜਗ੍ਹਾ ਤੇ ਮਹੰਤ ਕਰਮਜੀਤ ਸਿੰਘ ਨੂੰ ਜਿਹੜਾ ਲੈ ਆਉਂਦੇ, ਕਿਉਂਕਿ ਹੁਣ ਚਰਚਾ ਹੀ ਚੱਲ ਰਹੀ ਜਦੋਂ। ਅਸਲ ਕਹਾਣੀ ਇਹ ਸੀ ਕਿ ਉਸ ਵੇਲੇ ਜਦੋਂ ਹੁੱਡਾ ਸਰਕਾਰ ਨੇ ਬਣਾਏ ਸੀਗੇ ਮੈਂਬਰ ਸਾਹਿਬਾਨ, ਉਹ ਜ਼ਿਆਦਾ ਕਾਂਗਰਸੀ ਸੀ ਕਿਉਂਕਿ ਕਾਂਗਰਸ ਸਰਕਾਰ ਸੀ, ਨੋਮੀਨੇਟਡ ਮੈਂਬਰ ਸੀਗੇ ਜੀ। ਤੇ ਜਦੋਂ ਮੈਂ ਮੁੱਖ ਸੇਵਾਦਾਰ ਬਣਿਆ ਸੀ ਮੈਂ ਵੋਟਾਂ ਨਾਲ ਬਣਿਆ, ਪਹਿਲਾਂ ਸਰਬਸੰਮਤੀ ਨਾਲ ਮੈਨੂੰ ਬਣਾਇਆ, ਫਿਰ ਵੋਟਾਂ ਦੇ ਬਹੁਮਤ ਨਾਲ ਬਣਾਇਆ। ਮੈਂਬਰ ਉਹੀ ਸੀ ਜਿਹੜੇ ਕਾਂਗਰਸ ਸਰਕਾਰ ਦੇ ਬਣਾਏ ਸੀਗੇ ਪੁਰਾਣੇ ਸਾਰੇ। ਬਣਨ ਤੋਂ ਬਾਅਦ ਜਿਹੜੀਆਂ ਮੇਰੀਆਂ ਗਤੀ ਦੇਖੋ, ਕੋਈ ਵੀ ਕਮੇਟੀ ਹੈ ਸਰਕਾਰ ਨਾਲ ਜਦੋਂ ਸਰਕਾਰਾਂ ਦੀਆਂ ਬਣਾਈਆਂ ਕਮੇਟੀਆਂ ਨੇ ਤੇ ਉਹਦਾ ਸਰਕਾਰਾਂ ਨਾਲ ਸਰੋਕਾਰ ਰਹਿੰਦਾ ਵਾ। 100 ਤਰ੍ਹਾਂ ਦੇ ਮਸਲੇ ਹੁੰਦੇ ਆ ਜਿਹੜੇ ਸਰਕਾਰ ਨਾਲ ਕਰਨੇ, ਕੋਈ ਵੀ ਮੁੱਦਾ ਵੀ ਹੈ ਤਾਂ ਵੀ ਸਰਕਾਰ ਕੋਲ ਲੈ ਕੇ ਜਾਣਾ। ਹੁਣ ਕਿਸਾਨਾਂ ਦਾ ਮੁੱਦਾ ਸੀ, ਅਸੀਂ ਮੰਗ ਪੱਤਰ ਲੈ ਕੇ ਸਰਕਾਰ ਕੋਲੇ ਗਏ, ਮੁੱਖ ਮੰਤਰੀ ਹਰਿਆਣਾ ਕੋਲੇ ਵੀ ਭਾਈ ਤੁਸੀਂ ਗੱਲ ਕਰੋ ਉਹਨਾਂ ਨਾਲ। ਕੋਈ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਤਾਂ ਅਸੀਂ ਉਹਨਾਂ ਕੋਲੇ ਗਏ। ਤਾਂ ਜਿਹੜੇ ਮੈਂਬਰ ਸਾਹਿਬਾਨ ਸੀਗੇ ਉਦੋਂ ਤੱਕ ਤਾਂ ਬੋਲੇ ਨਹੀਂ ਜਦੋਂ ਤੱਕ ਮੈਂ ਫੈਸਲਾ ਨਹੀਂ ਲੈ ਲਿਆ। ਉਹਨਾਂ ਨੂੰ ਐ ਸੀ ਵੀ ਚਲੋ ਇਹਨਾਂ ਦੀ ਜੇ ਪਹੁੰਚ ਹੈਗੀ ਆ, ਇਹ ਕਰ ਰਹੇ ਆ ਭੱਜ ਦੌੜ। ਜਦੋਂ ਮੈਂ ਫੈਸਲਾ ਲੈ ਲਿਆ ਉਸ ਤੋਂ ਬਾਅਦ ਉਹ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਇਹ ਸੋਚਿਆ ਕਿ ਦਾਦੂਵਾਲ ਦੀ ਉਹਨਾਂ ਦੇ ਦਿਮਾਗ ਇਹ ਖਿਆਲ 'ਚ ਵੀ ਇਹ ਬੀਜੇਪੀ ਨਾਲ ਨੇੜਤਾ ਵਾ ਤੇ ਅਸੀਂ ਸਾਰੇ ਕਾਂਗਰਸੀ ਮੈਂਬਰ ਆ ਵੀ ਅਸੀਂ ਹੁਣ ਪ੍ਰਬੰਧ ਆਪਣੇ ਹੱਥਾਂ 'ਚ ਲੈ ਲਈਏ। ਤਾਂ ਉਹਨਾਂ ਨੇ ਗੈਰ ਕਾਨੂੰਨੀ ਕਸਰਤ ਉਹਨਾਂ ਮੈਂਬਰਾਂ ਨੇ ਕੀਤੀ। ਤਾਂ ਉਸ ਤੋਂ ਬਾਅਦ ਫਿਰ ਹਰਿਆਣਾ ਸਰਕਾਰ ਨੇ ਜਦੋਂ ਦੇਖਿਆ
ਇਹ ਮੈਂਬਰ ਤਾਂ ਹੁਣ ਪਾਟੋ ਧਾੜ ਜੀ ਵਾਲੇ ਪਾਸੇ ਉਹਨਾਂ ਨੇ ਫਿਰ ਅਡਹੌਕ ਹੀ ਨਵੀਂ ਉਹਨਾਂ ਇੱਕ ਤਾਂ ਜਿਹੜਾ ਐਕਟ ਸੀ ਉਹਦੇ 'ਚ ਅਮੈਂਡਮੈਂਟ ਕੀਤੀ, ਇੱਕ ਨਵੀਂ ਪੋਸਟ ਕ੍ਰੀਏਟ ਕੀਤੀ ਉਹਦੇ 'ਚ ਪੈਟਰਨ ਦੀ ਜੀ, ਕਿ ਇਹਨਾਂ 41 ਮੈਂਬਰਾਂ ਦੇ ਉੱਪਰ ਇੱਕ ਪੈਟਰਨ ਹੋਊ ਤੇ 41 ਚੋਂ ਇੱਕ ਉਹ ਹੋਏਗਾ ਤੇ ਉਹ ਸਾਰਾ ਉੱਪਰ ਪ੍ਰਧਾਨ ਦੇ ਵੀ ਉੱਪਰ ਹੋਏਗਾ ਪੈਟਰਨ। ਤਾਂ ਇਹ ਜਿਹੜੀ ਪੋਸਟ ਕ੍ਰੀਏਟ ਕੀਤੀ ਤੇ ਨਵੀਂ ਨਾਲ ਹੀ ਉਹਨਾਂ ਨੇ ਜਿਹੜਾ ਸੀਗਾ ਅਡਹੌਕ ਦਾ ਐਲਾਨ ਕਰਤਾ ਵੀ ਅਸੀਂ ਅਡਹੌਕ ਨਵੀਂ ਬਣਾਵਾਂਗੇ ਜੀ। ਫਿਰ ਉਹ 1 ਦਸੰਬਰ ਨੂੰ ਉਹਨਾਂ ਨੇ ਜਿਹੜੀ ਐਲਾਨ ਕੀਤੀ। ਪੁਰਾਣਿਆਂ ਦੇ ਵਿੱਚੋਂ 7-8 ਮੈਂਬਰ ਲਏ, ਬਾਕੀ ਸਾਰੇ ਉਹਨਾਂ ਨੇ ਨਵੇਂ ਬਣਾਏ। ਉਹ ਕਿਉਂ ਰੱਖਦੇ? ਉਹਨਾਂ ਨੇ ਆਪਣੇ ਜਿਹੜੇ ਉਹਨਾਂ ਨਾਲ ਬੀਜੇਪੀ ਨਾਲ ਰਿਲੇਟਡ ਸੀ ਜਾਂ ਦੂਜੀਆਂ ਜਿਹੜੇ ਉਹਨਾਂ ਨੂੰ ਠੀਕ ਲੱਗੇ ਉਹ ਉਹਨਾਂ ਨੇ ਜਿਹੜੇ ਸੀਗੇ ਮੈਂਬਰ ਲਏ। ਵੈਸੇ ਕਾਂਗਰਸ ਦੇ ਵੀ ਰੱਖੇ ਉਹਨਾਂ ਨੇ, NLO ਦੇ ਵੀ ਲਿਆ, ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵੀ ਸੀਗੇ ਵਿੱਚ, ਉਹਨਾਂ ਨੂੰ ਵੀ ਲਿਆ। ਵੈਸੇ ਜਿਹੜੀ ਹੁਣ ਐਡਹੌਕ ਬਣੀ ਆ ਉਹਦੇ ਵਿੱਚ ਜਿਹੜਾ ਸੀਗਾ ਜਦੋਂ ਉਹ ਹੋ ਗਈ ਤਾਂ ਉਹਦਾ ਹੁਣ ਅਗਾਂਹ ਐਗਜ਼ੈਕਟਿਵ ਬਣਨੀ ਸੀਗੀ। ਹੁਣ ਜਦੋਂ ਐਗਜ਼ੈਕਟਿਵ ਬਣਨੀ ਸੀ, ਮੈਂ ਅਸਤੀਫਾ ਜਿਹੜਾ ਸੀ ਆਪਣਾ ਜਿਹੜਾ ਫਿਰ ਮੈਂ ਕਾਨੂੰਨੀ ਬਣਦਾ ਸੀ ਟੈਕਨੀਕਲੀ, ਮੈਂ ਅਸਤੀਫੇ ਦਾ ਐਲਾਨ ਕਰ ਦਿੱਤਾ। ਤਾਂ ਉਸ ਤੋਂ ਬਾਅਦ ਹੁਣ ਨਵੀਂ ਦੇ ਵਿੱਚ ਮੈਨੂੰ ਚੁਣਦੇ ਜਾਂ ਕਿਸੇ ਹੋਰ ਨੂੰ ਚੁਣਦੇ, ਮੈਂਬਰ ਸਾਹਿਬਾਨਾਂ ਨੇ ਚੁਣਨਾ ਸੀਗਾ ਜੀ। ਪਰ ਉੱਥੇ ਜਦੋਂ ਮੀਟਿੰਗ ਆਪਣਾ ਹੋਈ ਆ DC ਕੁਰੂਕਸ਼ੇਤਰ, ਪਹਿਲਾਂ ਗੁਰਦੁਆਰਾ ਸਾਹਿਬ ਪਾਸੇ 6ਵੀਂ ਜਾ ਕੇ ਮੱਥਾ ਟੇਕਿਆ, ਸਹੁੰ ਸਮਾਗਮ ਹੋਇਆ। ਫਿਰ ਉਸ ਤੋਂ ਬਾਅਦ ਜਿਹੜੀ ਚੋਣ ਹੋਈ ਜੀ, ਚੋਣ ਵੇਲੇ ਜਿਹੜਾ ਸੀਗਾ ਕਿ ਉੱਥੇ DC ਸਾਹਿਬ ਤੇ ਕਮਿਸ਼ਨਰ ਸਾਹਿਬ ਕਹਿੰਦੇ ਵੀ ਫਾਰਮ ਸਰਕੂਲੇਟ ਕਰੋ, ਜਿਹਨੇ ਜੋ ਨੋਮੀਨੇਸ਼ਨ ਭਰਨੀ ਆ ਭਰੋ। ਅੱਛਾ ਜੀ। ਤੇ ਪ੍ਰਧਾਨ, ਸੈਕਟਰੀ, ਜਨਰਲ ਸੈਕਟਰੀ ਹਨ। ਤਾਂ ਇੱਕ ਵਿਅਕਤੀ ਉੱਠ ਕੇ ਕਹਿੰਦਾ ਕਿ ਜਿਹੜਾ ਹੈਗਾ ਮੈਂ ਪ੍ਰਧਾਨ ਦਾ ਨਾਂ ਪ੍ਰਪੋਜ਼ ਕਰਦਾ ਤੇ ਮਹੰਤ ਕਰਮਜੀਤ ਸਿੰਘ ਪ੍ਰਧਾਨ ਹੋਣਗੇ। ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਕਿ ਚਲੋ ਕਿਸੇ ਸਿੱਖ ਦਾ ਨਾਂ ਅਨਾਉਂਸ ਕਰ ਦਿੰਦੇ ਚੰਗੇ। ਉਹ ਮੈਂਬਰ ਬਣੇ, ਚਲੋ ਮੈਂਬਰਾਂ ਦਾ ਚੱਲ ਵੀ ਜਾਂਦਾ, ਐਗਜ਼ੈਕਟਿਵ ਨੇ ਕੰਮ ਚਲਾਉਣਾ ਹੁੰਦਾ। ਪਰ ਮੈਂ ਕਿਹਾ ਵੀ ਮਹੰਤ ਕਰਮਜੀਤ 1921 ਦੇ ਵਿੱਚ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਈ, 2022 ਚ ਮੁੜ ਮਹੰਤਾਂ ਨੂੰ ਗੁਰਦੁਆਰੇ, ਤੇ ਮਹੰਤ ਵੀ ਉਹ ਜਿਹੜਾ ਉਹਨਾਂ ਮਹੰਤਾਂ ਵਰਗਾ ਹੀ ਹੋਵੇ ਕਿ ਨਸ਼ੇ ਦਾ ਆਦੀ ਹੋਵੇ, ਜਿਹੜਾ ਨਸ਼ਾ ਵਗੈਰਾ ਸਵੇਰੇ ਸ਼ਾਮ। ਮੈਂ ਤਾਂ ਇੱਕੋ ਹੁਣ ਕਈਆਂ ਨੂੰ ਇਹ ਆ ਕਿ ਸ਼ਾਇਦ ਦਾਦੂਵਾਲ ਉਹਦੇ ਪ੍ਰਧਾਨ ਬਣਨ ਤੇ ਵਿਰੋਧ ਕਰਦਾ, ਪਰ ਮੇਰਾ ਇਹ ਚੈਲੰਜ ਆ। ਮੈਂ 5 ਦਿਨਾਂ ਦਾ ਸਮਾਂ ਦਿੱਤਾ, 3 ਲੰਘ ਗਏ ਆ, 2 ਰਹਿੰਦੇ ਆ। ਮੈਂ ਕਿਹਾ ਵੀ ਜੇ ਉਹ ਸੱਚਾ ਵਾ ਤੂੰ ਆਪਣਾ ਡੋਪ ਟੈਸਟ ਕਰਾ ਕੇ ਸੰਗਤ ਦੇ ਸਾਹਮਣੇ ਰੱਖ ਦੇ ਵੀ ਦੇਖੋ ਜੀ ਦਾਦੂਵਾਲ ਮੇਰੇ ਤੇ ਗਲਤ ਇਲਜ਼ਾਮ ਲਾ ਰਿਹਾ, ਮੈਂ ਕੋਈ ਨਸ਼ਾ ਨਹੀਂ ਕਰਦਾ ਤੇ ਆਹ ਮੇਰਾ ਡੋਪ ਟੈਸਟ ਆ। ਜੇਕਰ 5 ਦਿਨਾਂ 'ਚੋਂ ਡੋਪ ਟੈਸਟ ਨਹੀਂ ਦਿੰਦਾ ਜੀ ਆਪਣਾ, ਤਾਂ ਮੈਂ ਸਮਝੂੰਗਾ ਫਿਰ ਜਿਹੜਾ ਮੇਰਾ ਲਾਇਆ ਹੋਇਆ ਦੋਸ਼ ਆ ਉਹ ਸਿੱਧ ਆ, ਤੇ ਸੰਗਤਾਂ ਵੀ ਉਹਨੂੰ ਫਿਰ ਸਮਝ ਲੈਣਗੀਆਂ ਵੀ ਉਹ ਸਿੱਧ ਆ। ਕਿਉਂਕਿ ਸੰਗਤਾਂ ਵੈਸੇ ਜਮੁਨਾ ਨਗਰ ਤਾਂ ਸਾਰਾ ਹੀ ਜਾਣਦਾ, ਮੈਨੂੰ ਫੋਨ ਆ ਰਹੇ, ਮੈਸੇਜ ਆ ਰਹੇ ਆ ਸਾਰੇ, ਉਹਨਾਂ ਨੂੰ ਪਤਾ ਵੀ ਇਹ ਨਸ਼ੇ ਦੀ ਸੁਬਾਹ ਸ਼ਾਮ ਵਰਤੋਂ ਕਰਦਾ ਵਾ। ਹੋਰ ਵੀ ਬਹੁਤ ਕੁਛ ਆ, ਪਰ ਮੈਂ ਨਹੀਂ, ਸਿਰਫ ਇੰਨਾ ਹੀ ਕਹਿਣਾ ਚਾਹੁੰਦਾ। ਇਸ ਕਾਰਨ ਕਰਕੇ ਮੈਂ ਮਹੰਤ ਕਰਮਜੀਤ ਸਿੰਘ ਦਾ ਵਿਰੋਧ ਕੀਤਾ। ਹੁਣ ਮੈਨੂੰ ਲਿਖ ਕੇ ਤਾਂ ਇਹ ਆ ਰਹੇ, ਕਹਿੰਦੇ 1921 ਚ ਸਾਕਾ ਨਨਕਾਣਾ, 2022 ਚ ਸਾਕਾ ਹਰਿਆਣਾ, ਵੀ ਮਹੰਤਾਂ ਕੋਲੇ ਦੁਬਾਰਾ। ਤਾਂ ਇਸ ਕਾਰਨ ਕਰਕੇ ਮੈਂ ਉਹਦਾ ਜਿਹੜਾ ਸੀਗਾ ਉਹ ਵਿਰੋਧ ਕੀਤਾ ਸੀਗਾ ਕਿ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਵੀ ਉਹ ਦੁਬਾਰਾ ਪੁਨਰ ਵਿਚਾਰ ਕਰੇ। ਮੈਂਬਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰ ਆਪਣੇ ਮਨਾਂ ਦੀ ਆਵਾਜ਼ ਜਿਹੜੀ ਆ ਉਹਨੂੰ ਸੁਣਨ। ਹੁਣ ਮੈਨੂੰ ਬਹੁਤ ਮੈਂਬਰਾਂ ਦੇ ਫੋਨ ਆ ਰਹੇ ਆ, ਹੁਣ ਨਵੇਂ ਮੈਂਬਰਾਂ ਦੇ ਵੀ ਆ ਰਹੇ, ਪੁਰਾਣਿਆਂ ਦੇ ਵੀ ਆ ਰਹੇ ਆ, ਜਿਹੜੇ ਮੇਰੇ ਨਾਲ ਉਦੋਂ ਵਿਚਾਰਧਾਰਕ ਵਿਰੋਧ ਰੱਖਿਆ, ਉਹਨਾਂ ਨੇ ਪਾਰਟੀਬਾਜ਼ੀ ਵੀ ਰੱਖੀ। ਹੁਣ ਉਹ ਕਹਿ ਰਹੇ ਜੀ, ਕਹਿੰਦੇ ਜੀ ਇਹ ਕੀ ਹੋ ਗਿਆ, ਤੁਸੀਂ ਚੰਗੇ ਸੀ, ਤੁਸੀਂ ਪ੍ਰਬੰਧ ਕਰ ਰਹੇ, ਜਿਹੜਾ ਤੁਸੀਂ ਧਰਮ ਪ੍ਰਚਾਰ ਦਾ ਕਰ ਰਹੇ, ਆਖਰ ਸਿਧਾਂਤਾਂ ਦੀ ਗੱਲ ਕਰ ਰਹੇ। ਤੁਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿ ਦਿੱਤਾ ਕਿ ਮੁੱਖ ਮੰਤਰੀ ਸਾਹਿਬ ਇਹ ਪੈਟਰਨ ਦੀ ਪੋਸਟ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਆ। ਮੈਂ ਉਸ ਵੇਲੇ ਵੀ ਕਿਹਾ ਸੀਗਾ ਮੁੱਖ ਮੰਤਰੀ ਸਾਹਿਬ ਸ਼ਾਇਦ ਹੋ ਸਕਦਾ ਉਹਦੀ ਨਾਰਾਜ਼ਗੀ ਵੀ ਮੰਨ ਗਏ ਹੁਣ ਕਿ ਉਹਨਾਂ ਨੂੰ। ਮੈਂ ਕਿਹਾ ਜੀ ਇਹ ਪੈਟਰਨ ਦੀ ਪੋਸਟ ਜਿਹੜੀ ਆ ਗੁਰੂ ਗ੍ਰੰਥ, ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਆ, ਅੰਮ੍ਰਿਤਸਰ ਕਮੇਟੀ ਆ, ਸ਼੍ਰੋਮਣੀ ਕਮੇਟੀ ਆ, ਤੁਸੀਂ ਦੇਖੋ ਕਿਸੇ 'ਚ ਪੈਟਰਨ ਦੀ ਪੋਸਟ ਨਹੀਂ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਮੀਟਿੰਗ ਕਰਦੀ ਆ ਗੁਰਦੁਆਰਾ ਸਾਹਿਬ, ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਰਪ੍ਰਸਤ ਮੰਨ ਕੇ, ਸਿਆਸੀ ਪਾਰਟੀਆਂ ਦੇ ਜਾਂ ਧਾਰਮਿਕ ਪਾਰਟੀਆਂ ਉਹਨਾਂ ਦੇ ਪੈਟਰਨ ਤਾਂ ਹੁੰਦੇ ਆ, ਪਰ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਗੁਰਦੁਆਰੇ ਦਾ ਮਾਲਕ ਕੋਈ ਵਿਅਕਤੀ ਨਹੀਂ, ਉਹ ਤਾਂ ਗੁਰੂ ਆ। ਤੋ ਇਸ ਕਾਰਨ ਕਰਕੇ ਗੁਰੂ ਦੀ ਜਗ੍ਹਾ ਕੋਈ ਸਿੱਖ ਕਿਵੇਂ ਲੈ ਸਕਦਾ, ਗੁਰੂ ਦੀ ਜਗ੍ਹਾ ਕੋਈ ਵਿਅਕਤੀ ਕਿਵੇਂ ਬਿਠਾਇਆ ਜਾ ਸਕਦਾ, ਜਾਂ ਤਾਂ ਉਹਦੇ ਵਿੱਚ ਪੈਟਰਨ ਦਾ ਇਦਾਂ ਵੀ ਹੋ ਜਾਂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਨਾ ਲਿਖਿਆ ਹੁੰਦਾ ਵੀ ਇਹ ਜਿਹੜਾ ਪੈਟਰਨ ਇਹ 41 ਮੈਂਬਰਾਂ ਚੋਂ ਇੱਕ ਹੋਊਗਾ, ਜਾਂ ਤਾਂ ਉਹ ਇਕੱਲਾ ਪੈਟਰਨ ਹੁੰਦਾ, ਉਹਦੇ ਤੇ ਚਲੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਸੀ ਉਹ ਰੱਖ ਲਿਆ ਜਾ ਸਕਦਾ, ਸਤਿਕਾਰਯੋਗ ਦੇ ਵੀ ਜਿਹੜਾ ਵੀ ਜਥੇਦਾਰ ਹੋਇਆ ਕਰੂ, ਜਾਂ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਉਹਨਾਂ ਨੂੰ ਰੱਖ ਲਿਆ ਜਾ ਸਕਦਾ ਇਸ ਸਤਿਕਾਰ ਵਜੋਂ ਵੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਟਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਗ੍ਰੰਥੀ ਹੋਊਗਾ। ਪਰ ਇਹਦੇ 'ਚ ਇਹ ਲਿਖ ਦਿੱਤਾ ਅਮੈਂਡਮੈਂਟ ਕਰਕੇ ਕਿ
ਵਿਅਕਤੀ ਇਹਨਾਂ 41 ਦੇ ਵਿੱਚੋਂ ਹੀ ਮੈਂਬਰਾਂ ਚੋਂ ਹੀ ਇੱਕ ਹੋਏਗਾ। ਤੁਸੀਂ ਪੈਟਰਨ ਕਿਉਂਕਿ ਸਰਪ੍ਰਸਤ ਤੇ ਸਿੱਖਾਂ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ, ਬਹੁਤ ਸਾਰੇ ਜਿੱਦਾਂ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੀ ਕਮੇਟੀਆਂ ਰਜਿਸਟਰਡ ਹੋਈਆਂ, ਸਰਪ੍ਰਸਤ ਦਾ ਨਾਮ ਆਉਂਦਾ ਤਾਂ ਕਹਿੰਦੇ ਵੀ ਗੁਰੂ ਮਹਾਰਾਜ ਸਰਪ੍ਰਸਤ ਆ, ਹਾਂ ਥੱਲੇ ਕਮੇਟੀ ਹੋਈ। ਤਾਂ ਜਿਹੜਾ ਸਰਪ੍ਰਸਤ ਬਣਾਇਆ ਹਰਿਆਣਾ ਸਰਕਾਰ ਦੇ ਅੰਡਰ ਹੀ ਬਣੀ ਕਮੇਟੀ, ਤਾਂ ਇਹ ਕਿਤੇ ਜਿੱਦਾਂ ਗਲਤਫਹਿਮੀ ਜਾਂ ਕੋਈ ਹੋਰ ਕਮੇਟੀਆਂ ਬਣਦੀਆਂ ਨੇ ਸਰਕਾਰਾਂ ਦੇ, ਕੋਈ ਬੋਰਡ ਬਣਦੇ ਨੇ, ਉਸ ਤਰ੍ਹਾਂ ਹੈਗਾ ਜਾਂ ਕੁਝ ਇਹਦੇ ਪਿੱਛੇ ਵੀ ਕੋਈ ਮਨਸ਼ਾ ਹੋ ਰਿਹਾ? ਇਹ ਤਾਂ ਉਹੀ ਦੱਸ ਸਕਦੇ, ਪਰ ਮੈਨੂੰ ਜਿਸ ਤੋਂ ਲੱਗਿਆ ਕਿ ਉਹਨਾਂ ਨੂੰ ਇਸ ਗੁਰਮਰਿਆਦਾ ਦੀ ਘੱਟ ਜਾਣਕਾਰੀ ਕਰਕੇ ਨਾ ਉਹ ਸਿਆਸੀ ਪਿੜ ਵਿੱਚ ਜ਼ਿਆਦਾ ਹੁੰਦੇ, ਉਹ ਹਰ ਗੱਲ ਨੂੰ ਸਿਆਸਤ ਨਾਲ ਦੇਖਦੇ। ਤਾਂ ਹੀ ਮੈਂ ਮੁੱਖ ਮੰਤਰੀ ਸਾਹਿਬ ਦੇ ਮੈਂ ਕਿਹਾ ਜੀ ਮੁੱਖ ਮੰਤਰੀ ਸਾਹਿਬ ਇਹ ਜਿਹੜੀ ਆ ਨਾ ਪੋਸਟ ਠੀਕ ਨਹੀਂ ਆ, ਇਹਨੂੰ ਡਿਸੋਲਵ ਕਰੋ। ਮੇਰੀ ਹੁਣ ਦੁਬਾਰਾ ਵੀ ਜਦੋਂ ਬਾਅਦ 'ਚ ਵੀ ਗੱਲ ਹੋਈ ਤਾਂ ਮੈਂ ਉਹਨਾਂ ਨੂੰ ਇਹੀ ਕਿਹਾ, ਇਹ ਚੋਣ ਹੋਣ ਤੋਂ ਪਹਿਲਾਂ ਉਹ ਮੈਨੂੰ ਕਹਿੰਦੇ ਤੁਹਾਨੂੰ ਅਸੀਂ ਪੈਟਰਨ ਬਣਾਉਣਾ ਚਾਹੁੰਦੇ ਆ ਇਹਦਾ, ਸਰਪ੍ਰਸਤ ਜਿਹੜਾ ਹੈ ਤੁਹਾਡਾ ਮਾਨ ਸਨਮਾਨ ਅਸੀਂ ਜਿਹੜਾ ਹੈਗਾ ਸਾਨੂੰ ਪ੍ਰਧਾਨ ਮਜਬੂਰੀ ਬਸ ਕੋਈ ਹੋਰ ਬਣਾਉਣਾ ਪੈ ਰਿਹਾ, ਪਰ ਅਸੀਂ ਤੁਹਾਨੂੰ ਪੈਟਰਨ ਰੱਖਣਾ। ਮੈਂ ਕਿਹਾ ਜੀ ਜਦੋਂ ਮੈਂ ਪੈਟਰਨ ਦਾ ਵਿਰੋਧ ਕਰ ਚੁੱਕਾ, ਮੈਂ ਮਨਾ ਕਰ ਚੁੱਕਾ ਕਿ ਵਿਅਕਤੀ ਨਹੀਂ ਹੋ ਸਕਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਤੇ ਤੁਸੀਂ ਮੇਰੇ ਨਾਲ ਇਹ ਵਚਨ ਵੀ ਕਰ ਲਿਆ ਸੀਗਾ ਵੀ ਇਹਨੂੰ ਅਸੀਂ ਫਿਲ ਨਹੀਂ ਕਰਦੇ, ਇਹ ਜਿਹੜੀ ਪੋਸਟ ਹੈ ਇਹਨੂੰ ਫਿਲ ਨਹੀਂ ਕਰਾਂਗੇ। ਜਦੋਂ ਐਗਜ਼ੈਕਟਿਵ ਮੈਂ ਕਿ ਇਹਦਾ ਰਾਹ ਦੱਸਿਆ ਸੀ ਕਿ ਜਦੋਂ ਐਗਜ਼ੈਕਟਿਵ ਬਣ ਜਾਏਗੀ, ਐਗਜ਼ੈਕਟਿਵ ਮਤਾ ਪਾਸ ਕਰਕੇ ਤੁਹਾਨੂੰ ਦੇ ਦੇਗੀ ਤੇ ਤੁਸੀਂ ਇਹ ਅਮੈਂਡਮੈਂਟ ਜਿਹੜੀ ਆ ਉਹ ਸਰਕਾਰ ਨੇ ਰਾਜਪਾਲ ਕੋਲੋਂ ਕਰਾ ਦੇਣੀ। ਸਰਕਾਰ ਅਮੈਂਡਮੈਂਟ ਐਕਟ 'ਚ ਕਰ ਸਕਦੀ ਹੈ ਤੇ ਤੁਸੀਂ ਅਮੈਂਡਮੈਂਟ ਕਰ ਦੇਣਾ, ਇਹਦੇ ਵਿੱਚ ਸੋਧ ਕਰ ਦੇਣੀ ਕਿ ਜਿਹੜਾ ਇਹ ਪੋਸਟ ਹੈ ਇਹਨੂੰ ਡਿਲੀਟ ਕਰ ਦੇਣਾ, ਖਤਮ ਕਰ ਦੇਣਾ। ਤਾਂ ਉਦੋਂ ਮੈਂ ਕਿਹਾ ਤੁਹਾਡੇ ਨਾਲ ਗੱਲ ਵੀ ਤੁਸੀਂ ਮੈਂ ਜਿਸ ਦਾ ਵਿਰੋਧ ਕਰ ਰਿਹਾ, ਜਿਹੜੀ ਗੁਰ ਸਿਧਾਂਤ ਗੁਰਮਰਿਆਦਾ ਦੇ ਉਲਟ ਤੁਸੀਂ ਮੈਨੂੰ ਹੀ ਉਹ ਬਣਾਉਣਾ ਚਾਹੁੰਦੇ ਆ। ਮੈਂ ਕਿਹਾ ਮੈਂ ਨਹੀਂ ਆ। ਉਹ ਕਹਿੰਦੇ ਜੀ ਸਾਡੀ ਮਜਬੂਰੀ, ਸਾਨੂੰ ਪ੍ਰਧਾਨ ਜਿਹੜਾ ਦੇਖੋ ਮੈਂ ਮੁੱਖ ਮੰਤਰੀ ਸਾਹਿਬ ਨਾਲ ਬੜਾ ਪਿਆਰ ਆ ਮੇਰਾ, ਅਸੀਂ ਜਿੰਨੇ ਮੁੱਦੇ ਲੈ ਕੇ ਜਾਂਦੇ ਆ ਗੱਲਬਾਤ ਜੋ ਵੀ ਆ, ਹੁਣ ਵੀ ਉਸ ਦਿਨ ਵੀ ਉਹਨਾਂ ਕਿਹਾ ਮੇਰੀ ਮਜਬੂਰੀ ਆ ਕਿ ਸਾਨੂੰ ਜਿਹੜਾ ਹੈਗਾ ਕਈ ਮਜਬੂਰੀਆਂ ਹੁੰਦੀਆਂ। ਤਾਂ ਮੈਂ ਕਿਹਾ ਚਲੋ ਤੁਹਾਡੀ ਮਜਬੂਰੀ ਹੋ ਸਕਦੀ ਹੈ, ਕੀ ਹੈ ਤਾਂ ਤੁਹਾਨੂੰ ਪਤਾ ਹੋਏਗਾ, ਪਰ ਮੈਂ ਪੈਟਰਨ ਨਹੀਂ ਬਣਨਾ, ਮੈਂ ਸਰਪ੍ਰਸਤ ਨਹੀਂ ਬਣਨਾ। ਮੈਂ ਕਿਹਾ ਇਹ ਤੁਸੀਂ ਦੇਖੋ ਮੁੱਖ ਸੇਵਾਦਾਰ ਨਹੀਂ ਬਣਾਉਣਾ ਤਾਂ ਕੋਈ, ਕਿਉਂਕਿ ਉਹ ਜਿਹੜਾ ਸੀਗਾ ਸਰਕਾਰ ਦੁਆਰਾ ਬਣਾਈ ਐਡ ਹੌਕ ਆ। ਜੇ ਹੁਣ ਅੱਜ ਆਪਾਂ ਕਹਿ ਦਈਏ ਜੀ ਇਹ ਦੇਖੋ ਜੀ ਸਰਕਾਰਾਂ ਦਾ ਦਖਲ ਜਾਂ ਹੋਰ ਹਰ ਜਗ੍ਹਾ ਤੇ ਕਮੇਟੀਆਂ ਸਰਕਾਰਾਂ ਦਾ ਦਖਲ ਹੁੰਦਾ, ਮੈਂ ਇੱਕ ਗੱਲ ਪੂਰੀ ਕਰ ਲੈਂਦੇ ਹੋ ਕਿ ਮੁੱਖ ਮੰਤਰੀ ਸਾਹਿਬ ਦਾ ਮੈਂ ਬੜਾ ਸਤਿਕਾਰ ਕਰਦਾ। ਉਹਨਾਂ ਨੇ ਸ਼ਤਾਬਦੀਆਂ ਮਨਾਈਆਂ, ਜਮਨਾ ਨਗਰ ਮਨਾਈ, ਸਰਸਾ ਮਨਾਈ, ਫਿਰ ਪਾਣੀਪਤ ਸ਼ਤਾਬਦੀ ਮਨਾਈ, ਵੱਖ-ਵੱਖ ਗੁਰੂ ਸਾਹਿਬਾਨਾਂ ਦੇ ਜੀਵਨ ਤੇ ਉਹਨਾਂ ਦੀਆਂ ਅਵਤਾਰ ਦਿਹਾੜਿਆਂ ਤੇ ਸ਼ਹਾਦਤਾਂ ਤੇ। ਤਾਂ ਮੈਂ ਇਸ ਗੱਲ ਦੀ ਬੜੀ ਸ਼ਲਾਘਾ ਕਰਦਾ ਕਿ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਹੋਇਆ। ਤੇ ਜਿਹੜੀ ਉਹਨਾਂ ਨੇ ਮਜਬੂਰੀ ਵੀ ਚਲੋ ਜ਼ਾਹਰ ਕਰਤੀ, ਹੁਣ ਇੱਕ ਏਡੇ ਰੁਤਬੇ ਤੇ ਅਹੁਦੇ ਤੇ ਬੈਠੇ ਉਹਨਾਂ ਮਜਬੂਰੀ ਜ਼ਾਹਰ ਕੀਤੀ ਕਿ ਮੈਨੂੰ ਮਜਬੂਰੀ ਆ ਸਾਡੀ ਵੀ ਅਸੀਂ ਮੁੱਖ ਸੇਵਾਦਾਰ ਦੀ ਜਗ੍ਹਾ ਤੁਹਾਨੂੰ ਪੈਟਰਨ। ਤਾਂ ਇੱਕ ਉਹ ਸ਼ੇਰ ਆ ਮੈਂ ਅਕਸਰ ਜ਼ਿਕਰ ਕਰ ਰਿਹਾ ਉਹਦਾ ਕਿ ਕੁਛ ਤੋਂ ਮਜਬੂਰੀਆਂ ਰਹੀ ਹੋਂਗੀ ਜੂੰ ਹੀ ਤਾਂ ਕੋਈ ਬੇਵਫਾ ਨਹੀਂ ਹੋਤਾ, ਹੈ ਨਾ, ਕੋਈ ਤਾਂ ਮਜਬੂਰੀਆਂ ਹੋਣ। ਤੁਹਾਨੂੰ ਜਾਪਦਾ ਵੀ ਮੁੱਖ ਮੰਤਰੀ ਨੇ ਤੁਹਾਡੇ ਨਾਲ ਬੇਵਫਾਈ ਕੀਤੀ ਹੈ? ਹਾਂ, ਮੈਨੂੰ ਇਸ ਗੱਲ ਦੇ ਵਿੱਚ ਵੀ ਕੁਛ ਨਾ ਕੋਈ ਮਜਬੂਰੀਆਂ ਤਾਂ ਰਹੀਆਂ ਨੇ ਉਹਨਾਂ ਕੋਲ ਵੀ ਜਿਹੜਾ ਉਹ ਹੁਣ ਤੱਕ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਸੀਗੀ, ਤਾਂ ਹੁਣ ਨਾ ਹੀ ਕੋਈ ਸੋਚ ਰਿਹਾ ਸੀਗਾ। ਪਰ ਮੈਂ ਸਮਝਦਾ ਕਿ ਦੇਖੋ ਸੰਗਤਾਂ ਨੂੰ ਵੀ, ਸੰਗਤਾਂ ਤਰ੍ਹਾਂ ਤਰ੍ਹਾਂ ਦੀ ਸੋਚ, ਜਾਂ ਵਿਰੋਧੀਆਂ ਨੇ ਬੜੇ ਤਾਬੜ ਤੋੜ ਮੇਰੇ ਤੇ ਹਮਲੇ ਕੀਤੇ, RSS ਦੇ ਫਰੰਟਮੈਨ ਆ, ਇਹ BJP ਦੇ ਫਰੰਟਮੈਨ, ਬੜਾ ਕੁਛ ਆ, ਉਹਨਾਂ ਨੂੰ ਬੜੀਆਂ ਗੱਲਾਂ ਦਾ ਜਵਾਬ ਮਿਲਿਆ। ਜਦੋਂ ਮੇਰੇ ਮਾਤਾ ਜੀ ਦਾ ਭੋਗ ਸੀਗਾ ਉਸ ਵੇਲੇ ਵੀ ਉਹਨਾਂ ਨੇ ਲੋਕਾਂ ਨੇ ਸੋਚਿਆ ਸੀ ਕਿ ਬਿੱਲਾ ਇਹਨਾਂ ਤੋਂ ਬਿਨਾਂ ਤਾਂ ਕੋਈ ਨਹੀਂ। ਦੇਖੋ ਇੰਡੀਆ ਦਾ ਚੇਅਰਮੈਨ ਇੱਥੇ SC ਕਮਿਸ਼ਨ ਦਾ ਆ ਰਿਹਾ, ਇੱਥੇ ਪਾਵਰ ਮਿਨਿਸਟਰ ਇੱਥੇ ਆਇਆ ਹੋਇਆ, ਇੱਥੇ ਨਾਮਧਾਰੀ ਸੰਪਰਦਾ ਦੇ ਮੁਖੀ ਆਏ ਹੋਏ ਆ, ਇੱਥੇ ਡੇਰਾ ਬਿਆਸ ਦੇ ਮੁਖੀ ਆਏ ਹੋਏ ਆ, ਇੱਥੇ ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆਂ, ਸੰਤ ਮਹਾਪੁਰਸ਼, ਵੱਖ-ਵੱਖ ਸੰਪਰਦਾਵਾਂ ਦੇ ਹਜ਼ਾਰਾਂ ਸਿੱਖ ਸੰਗਤਾਂ ਆਈਆਂ ਹੋਈਆਂ ਨੇ। ਤੇ ਇਹਨਾਂ ਨੂੰ ਕਿਹਨੇ ਮਤਲਬ ਉਹਨਾਂ ਦੇ ਮਨ 'ਚ ਸੀ ਵੀ ਸ਼ਾਇਦ ਇਹਨਾਂ ਨਾਲ ਜਿਹੜਾ ਹੈਗਾ ਵੀ ਇੰਨਾ ਪਿਆਰ ਸਤਿਕਾਰ, ਕਿੰਨੇ MLA MPਆਂ ਦੀ ਤਾਂ ਗਿਣਤੀ ਨਹੀਂ ਵੀ ਕਿੰਨੇ ਸਤਿਕਾਰ ਵਜੋਂ ਆਏ ਹਨਾ ਮਾਤਾ ਜੀ ਦੇ ਸੋਗ ਦੇ ਵਿੱਚ। ਤਾਂ ਸਾਰੇ ਇਸ ਤਰ੍ਹਾਂ ਸੋਚਦੇ ਸੀ। ਪਰ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਮੈਂ ਗੁਰ ਸਿਧਾਂਤ ਗੁਰਮਤ ਦੀ ਮਰਿਆਦਾ ਦੀ, ਪੰਥ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਜਦੋਂ ਪ੍ਰਧਾਨ ਨਹੀਂ ਸੀ ਉਦੋਂ ਵੀ, ਹੁਣ ਵੀ ਜਥੇਦਾਰ ਵਾਲੀ ਗੱਲ ਤੁਸੀਂ ਜਿਹੜੀ ਕੀਤੀ ਸੀਗੀ, ਦੇਖੋ ਜਦੋਂ ਮੈਨੂੰ ਮੁੱਖ ਸੇਵਾਦਾਰ ਬਣਾਇਆ ਤਾਂ ਮੈਂ ਆਪਣਾ ਅਸਤੀਫਾ ਤਖਤ ਸ੍ਰੀ ਦਮਦਮਾ ਸਾਹਿਬ ਸੌਂਪ ਦਿੱਤਾ ਸੀ। ਜਦੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਗਏ, ਮੈਂ 2 ਸੇਵਾਵਾਂ ਇਹ ਨਹੀਂ ਨਿਭਾ ਸਕਦਾ ਇਕੱਠੀਆਂ, ਤੇ ਮੈਂ ਵੱਡੀ ਸੇਵਾ, ਤਖਤ ਤਾਂ ਪੂਰੀ ਦੁਨੀਆ ਨੂੰ ਰੀਪ੍ਰਜੈਂਟ ਕਰਦਾ, ਜੇ ਦੁਨੀਆ 'ਚ ਵੱਸਦੇ ਸਿੱਖਾਂ ਨੂੰ, ਤੇ ਇਹ ਤਾਂ ਇੱਕ ਸਟੇਟ ਦੀ ਕਮੇਟੀ ਸੀ। ਮੈਂ ਕਿਹਾ ਮੈਂ ਛੋਟੀ ਸੇਵਾ ਕਰ ਲਿਆਂਗਾ ਤੇ ਵੱਡੀ ਸੇਵਾ ਜਿਹੜੀ ਆ ਉਹ ਮੈਂ ਨਹੀਂ ਨਿਭਾ ਸਕਦਾ। ਤਾਂ ਮੈਂ ਉੱਥੇ ਫਿਰ 2 ਇਕੱਠੀਆਂ ਨਹੀਂ,
ਤਾਂ ਮੈਂ ਉੱਥੇ ਜਿਹੜੀ ਸੀ, ਭਾਵੇਂ ਕਿ ਮੈਨੂੰ ਜਥੇਬੰਦੀਆਂ ਨੇ ਕਹਿ ਦਿੱਤਾ ਸੀ ਵੀ ਤੁਸੀਂ ਜਥੇਦਾਰ ਆ ਸਰਬੱਤ ਖਾਲਸਾ ਦੇ ਸਾਡੇ ਵੱਲੋਂ। ਸੋ ਮੈਂ ਇਹ ਵੀ ਬੇਨਤੀ ਜਿਹੜੀ ਆ ਤਾਂ ਕਰ ਰਿਹਾ ਕਿ ਸੰਗਤਾਂ ਦੇ ਮਨ 'ਚ ਬੜੇ ਤਰ੍ਹਾਂ ਦੀਆਂ ਗੱਲਾਂ ਸੀ ਬੜਾ ਪਿਛਲੇ ਸਮੇਂ ਦੇ ਅੰਦਰ। ਹਾਂ, ਚੰਗੀ ਗੱਲ ਦੀ ਮੈਂ ਅੱਜ ਵੀ ਸ਼ਲਾਘਾ ਦੇਖੋ ਕਰਦਾ। ਕਈ ਕਹਿੰਦੇ ਜੀ ਇਹ ਬੀਜੇਪੀ ਦੀ ਸ਼ਲਾਘਾ ਕਰਦੇ ਮੁੱਖ ਮੰਤਰੀ ਹਰਿਆਣਾ ਜਾਂ ਪ੍ਰਧਾਨ ਮੰਤਰੀ। ਮੈਂ ਅੱਜ ਵੀ ਸ਼ਲਾਘਾ ਕਰਦਾ ਕਿ ਦੇਖੋ ਸਾਡੇ ਸਿੱਖ ਪ੍ਰਧਾਨ ਮੰਤਰੀ ਵੀ ਰਹੇ, 2 ਪਲਾਨ ਇਕੱਠੇ 10 ਸਾਲ ਸਿੱਖਾਂ ਲਈ। ਉਹ ਵੀ ਇੰਨਾ ਕੰਮ ਨਹੀਂ ਕਰ ਸਕੇ ਜਿੰਨਾ ਪ੍ਰਧਾਨ ਮੰਤਰੀ ਸੀ ਨਰਿੰਦਰ ਮੋਦੀ ਦੀ ਅਗਵਾਈ 'ਚ ਹੋਇਆ। ਦੇਖੋ ਉਹਨਾਂ ਦੇ ਸ਼ਰਧਾ ਭਾਵਨਾ ਹੀ ਮੈਂ ਸਮਝਦਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ, ਹੇਮਕੁੰਟ ਸਾਹਿਬ ਦਾ ਰੋਪਵੇ 1163 ਕਰੋੜ ਦਾ ਪ੍ਰੋਜੈਕਟ, ਉਹਦਾ ਨੀਂਹ ਪੱਥਰ ਸ਼ਿਲਾਨਿਆਸ ਕੀਤਾ, ਕਾਲੀਆਂ ਸੂਚੀਆਂ ਖਤਮ ਕਰਨ ਦਾ ਐਲਾਨ ਕੀਤਾ। ਫਿਰ ਜਿਹੜਾ ਸੀਗਾ ਤੁਸੀਂ ਦੇਖੋ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਸਟਾਪ ਦਿੱਤਾ, ਜਿਹੜੀ ਟ੍ਰੇਨ ਅੱਗੇ ਵੰਦੇ ਭਾਰਤ ਜਾ ਰਹੀ ਸੀ, ਉਹ ਨਾ ਵੀ ਦਿੰਦੇ ਭਾਵੇਂ, ਪਰ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਸੀਗਾ ਵੀ ਸੰਗਤਾਂ ਸ਼ਰਧਾ ਨਾਲ ਦਰਸ਼ਨ ਕਰ। ਸ਼ਤਾਬਦੀ ਮਨਾਈ ਆਪਣਾ ਗੁਰੂ ਤੇਗ ਬਹਾਦਰ ਸਾਹਿਬ ਦੀ ਲਾਲ ਕਿਲ੍ਹੇ 'ਤੇ, ਜਿਸ ਲਾਲ ਕਿਲ੍ਹੇ ਤੋਂ ਸਤਿਗੁਰ ਦਾ ਸੀਸ ਕਲਮ ਕਰਨ ਦਾ ਹੁਕਮ ਹੋਇਆ ਸੀਗਾ, ਉੱਥੇ ਸ਼ਤਾਬਦੀ ਮਨਾਈ। ਫਿਰ ਆਪਣਾ ਹੁਣ ਸਾਹਿਬਜ਼ਾਦਿਆਂ ਦਾ ਦਿਨ 26 ਤਰੀਕ ਨੂੰ ਨੈਸ਼ਨਲ ਤੌਰ 'ਤੇ ਮਨਾਇਆ ਜਾ ਰਿਹਾ। ਮੈਨੂੰ ਪਤਾ ਲੱਗਿਆ ਵੀ ਇੰਡੀਆ ਗੇਟ 'ਤੇ ਤਿਆਰੀਆਂ ਹੋ ਰਹੀਆਂ ਨੇ ਕਿ ਅਸੀਂ ਤਾਂ ਮਨਾਉਂਦੇ ਹਾਂ, ਲੱਖਾਂ ਦੀ ਤਾਦਾਦ 'ਚ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਪੁੱਜੀਆਂ ਹੋਈਆਂ ਨੇ, ਸਰਹੰਦ ਅਤੇ ਉੱਥੇ ਦਰਸ਼ਨ ਚਮਕੌਰ ਸਾਹਿਬ ਪੁੱਜੀਆਂ ਸੰਗਤਾਂ ਦਰਸ਼ਨ ਕਰ ਰਹੀਆਂ। ਅਸੀਂ ਵੀ ਨਤਮਸਤਕ ਉੱਥੇ ਹੋਏ। ਤਾਂ ਇਹ ਸਰਕਾਰ ਮਨਾ ਰਹੀ, ਸਰਕਾਰੀ ਤੌਰ 'ਤੇ ਵੀ ਦੇਖੋ ਅਸੀਂ ਤਾਂ ਮਨਾਉਣਾ, ਸਾਡੇ ਸਾਹਿਬਜ਼ਾਦੇ ਸਾਡੇ ਗੁਰੂ ਦੇ ਹਨ, ਗੁਰੂਆਂ ਦੀਆਂ ਸ਼ਤਾਬਦੀਆਂ, ਪਰ ਸਰਕਾਰ ਵੀ ਇਹ ਵੱਡੀ ਗੱਲ। ਹੋਰ ਕਿੰਨਾਂ ਦੇ ਦਿਨ ਮਨਾਏ ਜਾਂਦੇ ਆ ਦੱਸੋ। ਅਤੇ ਅਸੀਂ ਇਸ ਚੰਗੀ ਗੱਲ ਦੀ ਸ਼ਲਾਘਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ, ਉਹਨਾਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਸਾਹਿਬ ਨੇ ਸ਼ਤਾਬਦੀਆਂ ਅਸੀਂ ਸ਼ਲਾਘਾ ਕੀਤੀ, ਇਮਾਨਦਾਰ ਨੇ ਹਨ ਇਸ ਗੱਲ ਦੀ। ਕਈਆਂ ਨੂੰ ਇਹ ਲੱਗਦਾ ਵੀ ਸ਼ਾਇਦ ਅਸੀਂ ਕਿਸੇ ਪਾਰਟੀ ਦਾ ਪ੍ਰਚਾਰ ਕਰ ਰਹੇ ਹਾਂ ਜਾਂ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ। ਮੈਂ ਚੰਗੀ ਗੱਲ ਕੋਈ ਕਰੇ, ਹੁਣ ਦੇਖੋ ਮੈਂ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸ਼ਲਾਘਾ ਕੀਤੀ ਵੀ ਉਹਨਾਂ ਨੂੰ ਮੈਂ ਜਾ ਕੇ ਕਿਹਾ ਵੀ ਸਾਨੂੰ ਤੁਸੀਂ ਜਿਹੜੇ ਕਮੈਂਟ ਦੇਣੇ ਆ ਉੱਥੇ ਸੁਪਰੀਮ ਕੋਰਟ 'ਚ ਤੁਹਾਡੇ ਐਡਵੋਕੇਟ ਜਨਰਲ ਨੇ ਪੇਸ਼ ਹੋਣਾ ਅਤੇ ਉਹ ਸਾਡੇ ਹੱਕ 'ਚ ਦਿਓ। ਤਾਂ ਮੁੱਖ ਮੰਤਰੀ ਪੰਜਾਬ ਨੇ ਫੋਨ ਕੀਤਾ ਭਗਵੰਤ ਮਾਨ ਨੇ ਐਡਵੋਕੇਟ ਜਨਰਲ ਨੂੰ ਵੀ ਦਾਦੂਵਾਲ ਸਾਹਿਬ ਪ੍ਰਧਾਨ ਨੇ ਹਰਿਆਣਾ ਕਮੇਟੀ ਦੇ, ਜੋ ਕਹਿੰਦੇ ਆ ਵੀ ਇਹਨਾਂ ਦੇ ਹੱਕ 'ਚ ਆਪਾਂ। ਮੇਰੇ ਵਕੀਲ ਨੇ ਫੋਨ ਕੀਤਾ, ਫਿਰ ਸਾਡੇ ਹੱਕ 'ਚ ਲਿਖ ਕੇ ਦੇਖੋ ਉਹਨਾਂ ਨੇ ਜਿਹੜਾ ਸੀ ਸੁਪਰੀਮ ਕੋਰਟ ਦੇ ਵਿੱਚ ਕਮੈਂਟ ਜਿਹੜੇ ਸੀ ਉਹ ਸਾਡੇ ਹੱਕ 'ਚ ਲਿਖ ਕੇ 2 ਪੇਜ ਦਿੱਤੇ ਵੀ ਹਰਿਆਣੇ ਦੇ ਸਿੱਖਾਂ ਦਾ ਹੱਕ ਆ, ਇਹਨਾਂ ਨੂੰ ਮਿਲਣਾ ਚਾਹੀਦਾ। ਸੋ ਮੈਂ ਦੇਖੋ ਉਹਨਾਂ ਦੀ ਵੀ ਸ਼ਲਾਘਾ ਕਰਦਾ ਵੀ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ। ਚੰਗੀ ਗੱਲ ਦੀ ਮੈਂ ਹਮੇਸ਼ਾ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸਾਹਿਬ ਨੇ ਦੇਖੋ ਜਿਹੜਾ ਸੀਗਾ ਜਦੋਂ 3 ਖੇਤੀ ਕਾਨੂੰਨ ਵਾਪਸ ਲਏ, ਭਾਵੇਂ ਸਾਡੀਆਂ ਕਿੰਨੀਆਂ ਸ਼ਹਾਦਤਾਂ ਹੋਈਆਂ, ਕਿੰਨਾ ਸਾਲਾਂ ਬੱਧੀ ਬੈਠਣਾ ਪਿਆ, ਤੁਹਾਡੇ ਵਰਗਿਆਂ ਨੂੰ ਕਿੰਨੀਆਂ ਮੁਸ਼ਕਲਾਂ ਝੱਲਣੀਆਂ ਪਈਆਂ, ਜਿਹੜੇ ਮੀਡੀਆ ਕਵਰੇਜ ਕਰ ਰਹੇ ਆ, ਨਹੀਏ ਦੇ ਨੋਟਿਸ ਆਏ, ਕਿੰਨਾ ਕੁਛ ਹੋਇਆ, ਪਰ ਅਸੀਂ ਉਹ ਕਾਨੂੰਨ ਵਾਪਸ ਹੋ ਗਏ। ਪ੍ਰਧਾਨ ਮੰਤਰੀ ਸਾਹਿਬ ਸ਼ਲਾਘਾ ਕੀਤੀ। ਹੁਣ ਸੰਸਦ ਦੇ ਵਿੱਚ ਕਾਨੂੰਨ ਉਹ ਜਿਹੜੇ ਪਰਚੇ ਹੋਏ ਸੀ ਉਦੋਂ ਉਹ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਹੁਣ ਅਸੀਂ ਸ਼ਲਾਘਾ ਕੀਤੀ ਇਸ ਗੱਲ ਦੀ। ਸੋ ਕਹਿਣ ਤੋਂ ਭਾਵ ਮੈਂ ਇਹ ਕਹਿਣਾ ਚਾਹੁੰਦਾ ਕਿ ਚੰਗੀ ਗੱਲ ਦੀ ਅਸੀਂ ਸ਼ਲਾਘਾ, ਪਰ ਜਿੱਥੇ ਗੁਰ ਸਿਧਾਂਤਾਂ ਗੁਰਮਤਿ ਦੀ ਗੱਲ ਆ ਉਹ ਅਸੀਂ ਸੀਐਮ ਸਾਹਿਬ ਨੂੰ ਵੀ ਕਹੀ, ਉਹ ਅਸੀਂ ਹਰ ਜਗ੍ਹਾ 'ਤੇ ਗੁਰੂ ਦੇ ਸਿਧਾਂਤਾਂ ਦੀ ਗੱਲ ਜਿਹੜੀ ਆ ਉਹਦੇ ਤੋਂ ਅਸੀਂ ਕਦੇ ਪਛਾਣ ਨਹੀਂ ਹਟੇ। ਪੰਥ ਦੇ ਮੁੱਦਿਆਂ ਤੋਂ, ਚਾਹੇ ਉਹ ਬਰਗਾੜੀ ਬੇਅਦਬੀ ਕਾਂਡ ਆ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ, ਹਰ ਵੇਲੇ ਅਸੀਂ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਆ। ਹੁਣ ਉੱਥੇ ਪੰਜਾਬ 'ਚ ਨੌਜਵਾਨਾਂ ਨੂੰ ਨਸ਼ੇ ਛੁਡਾ ਕੇ ਅੰਮ੍ਰਿਤ ਛਕਾਇਆ ਜਾ ਰਿਹਾ, ਭਾਈ ਅੰਮ੍ਰਿਤਪਾਲ ਸਿੰਘ ਕਰ ਰਿਹਾ, ਅਸੀਂ ਉਹਦੀ ਸ਼ਲਾਘਾ ਕੀਤੀ। ਜੇ ਉਹਨਾਂ ਨੇ ਗੁਰਮਰਿਆਦਾ ਅਕਾਲ ਤਖ਼ਤ ਦਾ ਹੁਕਮਨਾਮਾ ਲਾਗੂ ਕਰਾਉਣ ਲਈ ਕੁਰਸੀਆਂ ਮੇਜ਼ ਬਾਹਰ ਕੱਢੇ, ਉਹਦੀ ਸ਼ਲਾਘਾ ਕੀਤੀ, ਪਰ ਉਹਨਾਂ ਨੂੰ ਅਪੀਲ ਕੀਤੀ ਵੀ ਇਹਨਾਂ ਨੂੰ ਤੋੜੋ ਨਾ, ਸਾੜੋ ਨਾ, ਭੰਨੋ ਨਾ, ਇਹਨੂੰ ਲੋੜਵੰਦਾਂ ਨੂੰ ਦੇ ਦਿਓ। ਜੇ ਗੁਰਦੁਆਰੇ 'ਚ ਨਹੀਂ ਲੋੜ, ਕਿਸੇ ਦਫ਼ਤਰ 'ਚ ਰੱਖ ਦਿਓ ਕਮਰੇ 'ਚ, ਜੇ ਫਿਰ ਵੀ ਨਹੀਂ ਲੋੜ, ਇਹ ਸੰਗਤਾਂ ਦੇ ਪੈਸੇ ਤੋਂ ਬਣੇ, ਇਹਨਾਂ ਨੂੰ ਸਾੜੋ ਨਾ, ਇਹਨਾਂ ਨੂੰ ਕਿਸੇ ਲੋੜਵੰਦ ਨੂੰ ਦਾਨ ਦੇ ਦਿਓ, ਕੰਮ ਆ ਜਾਣਗੇ। ਸੋ ਕਹਿਣ ਤੋਂ ਭਾਵ ਵੀ ਚੰਗਾ ਕੰਮ ਕੋਈ ਕਰੇ ਉਹਦੀ ਅਸੀਂ ਸ਼ਲਾਘਾ, ਕੋਈ ਸਰਕਾਰ ਕਰੇ, ਕੋਈ ਪਾਰਟੀ ਕਰੇ। ਸਿਧਾਂਤ ਦੇ ਉੱਤੇ ਜਿਹੜਾ ਗੁਰੂ ਦਾ ਸਿਧਾਂਤ ਗੁਰਮਤਿ ਦੀ ਗੱਲ ਆ ਉਹਦੇ ਤੋਂ ਕਦੇ ਪਛਾਣ ਨਹੀਂ, ਪ੍ਰਚਾਰ ਪ੍ਰਸਾਰ ਕੀਤਾ ਨਹੀਂ ਸੀ। ਪ੍ਰਧਾਨ ਤਾਂ ਵੀ ਕੀਤਾ, ਪ੍ਰਧਾਨ ਰਹਿੰਦਿਆਂ ਵੀ ਕੀਤਾ, ਅੱਜ ਨਹੀਂ ਆ ਤਾਂ ਵੀ ਮੈਨੂੰ ਇੰਨੇ ਫੋਨ, ਅੱਜ ਵੀ ਤੁਹਾਡੇ ਆਉਣ ਤੋਂ ਪਹਿਲਾਂ ਮੈਨੂੰ ਜਮਨਾ ਨਗਰ ਤੋਂ ਹੀ ਫੋਨ ਆ ਰਹੇ ਆ ਜੀ, ਸਾਡੇ ਇੱਥੇ 26 ਤਰੀਕ ਦਾ ਬਹੁਤ ਵੱਡਾ ਪ੍ਰੋਗਰਾਮ, ਸਾਨੂੰ ਸਮਾਂ ਦਿਓ। ਸਾਹਿਬਜ਼ਾਦਿਆਂ ਦੇ 7 ਦਿਨ ਲਗਾਤਾਰ ਸਮਾਗਮ, ਮੇਰੇ ਤੋਂ ਪਹਿਲਾਂ ਸਮਾਂ ਮੰਗਿਆ ਹੋਇਆ। ਫਰੀਦਾਬਾਦ ਤੋਂ ਫੋਨ ਆ ਰਹੇ ਆ, ਪਾਣੀਪਤ ਤੋਂ ਆ ਰਹੇ ਆ, ਕੈਥਲ ਤੋਂ, ਜਿੱਥੇ ਮੇਰੇ ਸਮਾਗਮ ਜਿਹੜੇ ਲਗਾਤਾਰ, ਮੈਂ ਪਹਿਲਾਂ ਵੀ ਕੱਲ੍ਹ ਵੀ ਮੈਂ ਸਿਰਸਾ ਦੇ ਵਿੱਚ, ਦੇਖੋ ਪਰਸੋਂ ਚੋਣ ਹੋਈ ਆ, ਮੈਂ ਮੁੱਖ ਸੇਵਾਦਾਰ ਨਹੀਂ ਬਣਿਆ, ਮੈਂ ਇੱਥੇ ਆ ਗਿਆ। ਫਿਰ ਮੈਨੂੰ ਅਗਲੇ ਦਿਨ ਮੈਂ ਗੁਰਮਤਿ ਸਮਾਗਮ 'ਤੇ ਉੱਥੇ
ਔਰ ਮੈਂ ਅੱਜ ਉਹਨਾਂ ਦੇ ਕਹਿਣ ਚੰਗੇ ਕੰਮਾਂ ਦੀ ਸ਼ਲਾਘਾ। ਮੈਂ ਇਹ ਨਹੀਂ ਹੈ ਕਿ ਜੇ ਅੱਜ ਮੈਂ ਮੁੱਖ ਸੇਵਾਦਾਰ ਨਹੀਂ ਬਣਿਆ ਤੇ ਅੱਜ ਮੈਂ ਕਹਾਂ ਬੀਜੇਪੀ ਮਾੜੀ ਆ ਜੀ, ਪ੍ਰਧਾਨ ਮੰਤਰੀ ਮਾਰਾ, ਜਾਂ ਕੋਈ ਇਹ ਕਹੇ ਵੀ ਇਹ ਪ੍ਰਧਾਨ ਸੀ ਤਾਂ ਹੀ ਸ਼ਲਾਘਾ ਕਰਦੇ। ਮੈਂ ਅੱਜ ਵੀ ਕਰਦਾ, ਕੱਲ੍ਹ ਨੂੰ ਵੀ ਕਰਦਾ ਰਹੂੰਗਾ। ਚੰਗੇ ਕੰਮਾਂ ਦੀ ਸ਼ਲਾਘਾ ਕੋਈ ਪੰਜਾਬ 'ਚ ਕਰੇ, ਕੋਈ ਹਰਿਆਣੇ 'ਚ ਕਰੇ, ਕੋਈ ਵਿਦੇਸ਼ 'ਚ ਕਰੇ, ਕਿਸੇ ਹੋਰ ਸਟੇਟ ਦੇ ਵਿੱਚ ਕਰੇ। ਚੰਗੇ ਕੰਮ ਦੀ ਸ਼ਲਾਘਾ ਕਰਨੀ ਸਾਡਾ ਸਾਂਝ ਕਰੀਜਾ, ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਗੁਣਾਂ ਦੀ ਸਾਂਝ ਕਰਨੀ ਤੇ ਉਹਦੀ ਸ਼ਲਾਘਾ ਕਰਨੀ। ਮਾੜਾ ਕੰਮ ਦੇਖੋ ਹੋਇਆ ਕਿ ਮਹੰਤ ਕਰਮਜੀਤ ਸਿੰਘ ਪ੍ਰਧਾਨ ਬਣਾਇਆ, ਮੈਂ ਉਹਦਾ ਵਿਰੋਧ ਕੀਤਾ। ਮੈਂ ਕਿਹਾ ਕਿਸੇ ਨਹੀਂ, ਮੈਨੂੰ ਕਿਸੇ ਸਿੱਖ ਚੰਗੇ ਨੂੰ ਬਣਾ ਦਿਓ। ਇਹ ਛੋਟੀ ਜੀ ਗੱਲ ਥੋੜ੍ਹੀ ਆ। ਹਰਿਆਣੇ ਦੇ ਇੰਨੇ ਗੁਰਦੁਆਰਿਆਂ ਨੂੰ ਜਿਹੜਾ ਹੈਗਾ ਉਹ ਚਲਾਉਣਾ, ਪ੍ਰਬੰਧ ਨੂੰ ਚਲਾਉਣਾ ਵਾ, ਪ੍ਰਬੰਧ ਵੀ ਸੰਭਾਲਣਾ ਵਾ, ਇਹ ਸਾਰਾ ਕੁਛ ਕਰਨਾ ਵਾ। ਕਿ ਹੁਣ ਮਹੰਤ ਕਰਮਜੀਤ ਸਿੰਘ ਪ੍ਰਬੰਧ ਸੰਭਾਲੇਗਾ, ਹੁਣ ਉਹ ਪ੍ਰਬੰਧ ਚਲਾਏਗਾ ਕਿ ਮੁੜ ਕੇ ਕਿਤੇ ਨਰੈਣੂ ਮਹੰਤ ਵਾਲਾ ਸਮਾਂ ਨਾ ਕਿਤੇ ਆ ਜੇ। ਸੋ ਇਸ ਕਾਰਨ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਸਿਧਾਂਤਾਂ ਦੀ ਗੱਲ ਤੇ ਅਸੀਂ ਪਹਿਰਾ ਦੇ ਰਹੇ ਹਾਂ। ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੂਪ 'ਚ ਹੋਵੇ, ਉਹ ਸਰਬੱਤ ਖਾਲਸਾ ਦੇ ਰੂਪ 'ਚ ਹੋਵੇ, ਉਹ ਪ੍ਰਚਾਰ ਪ੍ਰਸਾਰ ਦੇ ਰੂਪ ਵਿੱਚ ਹੋਵੇ। ਜੀ ਬਿਲਕੁਲ। ਤਾਂ ਦਾਦੂਵਾਲ ਸਾਹਿਬ ਨੇ ਜਿਹੜੀ ਹੈ ਵਿਸਥਾਰ ਦੇ ਵਿੱਚ ਇਹ ਗੱਲ ਦੱਸੀ ਹੈ। ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਧਾਮੀ ਜਿਹੜੇ ਆ, ਪਿਛਲੇ ਦਿਨੀ ਜਿਸ ਦਿਨ ਇਹ ਨਿਰਣਾ ਹੋਇਆ ਵੀ ਮਹੰਤ ਕਰਮਜੀਤ ਸਿੰਘ ਬਣਨਗੇ, ਦਾਦੂਵਾਲ ਸਾਹਿਬ ਨੂੰ ਕਮੇਟੀ ਨੇ ਨਹੀਂ ਚੁਣਿਆ, ਸਾਰੇ ਮੈਂਬਰ ਉਧਰ ਭੁਗਤ ਗਏ ਬਹੁਤੇ। ਤੇ ਉਹ ਕਹਿੰਦੇ ਵੀ ਇਹ ਆਰਐਸਐਸ ਦੀ ਜਿਹੜੀ ਸਾਰੀ ਟੀਮ ਕਮੇਟੀ ਦੇ ਵਿੱਚ ਕੰਮ ਕਰ ਰਹੀ। ਹਰਿਆਣੇ ਵਾਲੀ ਕਹਿੰਦੇ ਦੇਖੋ ਦਾਦੂਵਾਲ ਸਾਹਿਬ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਕੀਤਾ, ਉਧਰ ਕਮੇਟੀ ਖੜੀ ਕੀਤੀ, ਅਖੀਰ ਨੂੰ ਉਹਨਾਂ ਨੂੰ ਹੀ ਕਹਿੰਦੇ ਉਹਨਾਂ ਨੇ ਕੁਰਸੀ ਤੋਂ ਲਾਂਭੇ ਕਰ ਦਿੱਤਾ। ਤੇ ਹੁਣ ਤੇ ਦਾਦੂਵਾਲ ਸਾਹਿਬ ਮੰਨ ਜਾਣ ਵੀ ਹਾਂ ਆਰਐਸਐਸ ਦੇ ਹੱਥਾਂ 'ਚ ਇਹ ਕਮੇਟੀ ਖੇਡ ਰਹੀ ਹਰਿਆਣੇ ਦੀ ਕਮੇਟੀ। ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਪਹਿਲਾਂ ਵੀ ਕਹਿਣਾ, ਐਡਵੋਕੇਟ ਧਾਮੀ ਸਾਹਿਬ ਸਤਿਕਾਰਯੋਗ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਕਦੇ ਉਹਨਾਂ ਮਾੜਾ ਸ਼ਬਦ ਨਹੀਂ ਵਰਤਿਆ ਤੇ ਮੈਂ ਵੀ ਉਹਨਾਂ ਦਾ ਸਨਮਾਨ ਕਰਦਾ। ਜਿਹੜੇ ਫਿਰ ਮਾੜਾ ਸ਼ਬਦ ਵਰਤਦੇ ਕਹਿੰਦੇ ਜੀ ਕਹੋ ਜੀ ਕਹਾਓ, ਜਿਹੜੇ ਮਾੜਾ ਵਰਤਦੇ ਫਿਰ ਉਹਨਾਂ ਨਾਲ 31 ਦੇ 51 ਪਾਉਣੇ ਵੀ ਪੈਂਦੇ ਆ, ਹੈ ਨਾ। ਸੁਖਬੀਰ ਸਿੰਘ ਬਾਦਲ ਨੇ ਮੈਨੂੰ ਕਿਹਾ ਤਾਂ ਮੈਂ ਉਹਨੂੰ ਖੁਦ ਦਾ ਚੈਲੰਜ ਕੀਤਾ ਵੀ ਕਿਸੇ ਟੀਵੀ ਚੈਨਲ ਤੇ ਆ ਜਾ, ਡਿਬੇਟ ਕਰ ਲੈਂਦੇ ਆ, ਪਤਾ ਲੱਗ ਜੂ ਕਿਹਦਾ ਫਰੰਟਮੈਨ ਕੌਣ ਆ ਤੇ ਕਿਹਨੇ ਪੰਥ ਦਾ ਨੁਕਸਾਨ ਕੀਤਾ, ਕਿਹੜਾ ਪੰਥ ਦਾ ਗਦਾਰ ਆ ਤੇ ਕਿਹੜਾ ਪੰਥ ਦਾ ਸੇਵਾਦਾਰ ਆ। ਫਿਰ ਟੀਵੀ ਚੈਨਲ ਤੇ ਆ। ਮੇਰਾ ਚੈਲੰਜ ਉਹਨੇ ਕਬੂਲਿਆ ਹੀ ਨਹੀਂ ਅੱਜ ਤੱਕ। ਇਸੇ ਤਰ੍ਹਾਂ ਧਾਮੀ ਸਾਹਿਬ ਆ, ਧਾਮੀ ਸਾਹਿਬ ਨੇ ਜਿਹੜਾ ਸਤਿਕਾਰ ਅਸੀਂ ਕਰਦੇ, ਉਹਨਾਂ ਨੇ ਕਦੇ ਮਾੜਾ ਲਫ਼ਜ਼ ਨਹੀਂ ਵਰਤਿਆ, ਸਿਆਣੀ ਸ਼ਬਦਾਵਲੀ ਹਮੇਸ਼ਾ ਵਰਤੀ ਹੈ। ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਹਰਿਆਣਾ ਕਮੇਟੀ ਦਾਦੂਵਾਲ ਨੇ ਬਣਾਈ, ਇਹ ਤਾਂ ਹਰਿਆਣਾ ਸਰਕਾਰ ਨੇ ਬਣਾਈ ਸੀਗੀ। ਹੁਣ ਹਰਿਆਣਾ ਕਮੇਟੀ ਨੂੰ ਮਾਨਤਾ ਕੀ ਦਾਦੂਵਾਲ ਨੇ ਦਿੱਤੀ ਹੈ ਤਾਂ ਸੁਪਰੀਮ ਕੋਰਟ ਨੇ ਦਿੱਤੀ ਆ। ਅਸੀਂ ਤਾਂ ਇਹਦੀ ਲੜਾਈ ਲੜੀ ਆ ਤੇ ਮੈਨੂੰ ਮਾਣ ਆ ਕਿ ਹਰਿਆਣੇ ਦੇ ਸਿੱਖਾਂ ਨੂੰ ਸੇਵਾ ਸੰਭਾਲ ਦਾ ਮਾਣ, ਕਾਨੂੰਨੀ ਮਾਨਤਾ ਮੇਰੀ ਮੁੱਖ ਸੇਵਾਦਾਰੀ 'ਚ ਮਿਲੀ ਆ। ਪ੍ਰਧਾਨ ਰਹਾ ਨਾ ਰਹਾ, ਮੁੜ ਬਣਾ ਨਾ ਬਣਾ, ਸੇਵਾ 'ਚ ਹਮੇਸ਼ਾ ਤਤਪਰ ਰਹੂੰਗਾ ਤੇ ਮੈਨੂੰ ਇਸ ਗੱਲ ਦਾ ਮਾਣ ਰਹੇਗਾ। ਦੋ ਗੱਲਾਂ ਦਾ ਇਸ ਐਪੀਸੋਡ 'ਚ, ਇੱਕ ਤਾਂ ਕਿ ਹਰਿਆਣੇ ਗੁਰੂ ਘਰਾਂ ਦਾ ਪ੍ਰਬੰਧ ਜਿੰਨਾ ਸੀ ਸਾਡੇ ਕੋਲ ਸੁਚੱਜਾ ਕੀਤਾ, 25% ਵਾਧੇ ਦਾ ਬਜਟ ਪਾਸ ਕੀਤਾ ਐਸਜੀਪੀਸੀ ਨਾਲੋਂ। ਭਾਵੇਂ ਸਾਡਾ ਪ੍ਰਬੰਧ ਆਟੇ 'ਚ ਲੂਣ ਦੇ ਬਰਾਬਰ ਨਹੀਂ ਆ ਉਹਨਾਂ ਦੇ ਸਾਹਮਣੇ, ਪਰ ਉਹਨਾਂ ਨੇ 35% ਘਾਟੇ ਦਾ ਬਜਟ ਪਾਸ ਕੀਤਾ ਪਿਛਲਾ ਕਰੋਨਾ ਕਾਲ 'ਚ, ਅਸੀਂ 25% ਵਾਧੇ ਦਾ ਕੀਤਾ। ਮੈਨੂੰ ਮਾਣ ਰਹੂ ਕਿ ਮੈਂ ਦੁਰਵਰਤੋਂ ਭ੍ਰਿਸ਼ਟਾਚਾਰ ਰੋਕਿਆ। ਇੱਕ ਗੁਰਦੁਆਰੇ ਦਾ ਮੇਰੇ ਕੋਲ ਹਿਸਾਬ, ਇੱਕ ਗੁਰਦੁਆਰੇ ਦੀ ਗੋਲਕ ਮੇਰੇ ਤੋਂ ਪਹਿਲਾਂ 25 ਲੱਖ ਰੁਪਈਆ ਪਿਛਲੇ ਸਾਲ ਸੀਗੀ। ਜਦੋਂ ਮੈਂ ਪ੍ਰਬੰਧ ਸੰਭਾਲਿਆ, ਦੁਰਵਰਤੋਂ ਰੋਕੀ, ਭ੍ਰਿਸ਼ਟਾਚਾਰ ਰੋਕਿਆ, ਪ੍ਰਚਾਰ ਪ੍ਰਸਾਰ ਕੀਤਾ, ਸੰਗਤਾਂ ਦਾ ਪਿਆਰ ਭਰੋਸਾ ਵਧਿਆ ਤੇ ਉਹਦੀ ਅਗਲੇ ਸਾਲ ਗੋਲਕ 45 ਲੱਖ ਸੀਗੀ। ਇੱਕ ਸਾਲ 'ਚ ਕਦੇ ਗੋਲਕ ਡਬਲ ਹੁੰਦੀ, ਉਹ ਵੀ ਕਰੋਨਾ ਕਾਲ 'ਚ ਤਾਂ ਹੀ ਹੋਈ ਨਾ ਜੇ ਕਿ ਸੰਗਤ ਦਾ ਭਰੋਸਾ ਬਣਿਆ। ਹੁਣ ਉਹਨਾਂ ਗੁਰਦੁਆਰਿਆਂ 'ਚ ਜਾਓ ਜਿਨ੍ਹਾਂ ਦਾ ਪ੍ਰਬੰਧ ਸਾਡੇ, ਕੱਲ੍ਹ ਜਦੋਂ ਚੋਣ ਹੋਈ ਪਰਸੋਂ, ਤੇ ਜਿਹੜੀਆਂ ਸੰਗਤਾਂ ਰੋ ਰਹੀਆਂ ਸੀਗੀਆਂ ਉੱਥੇ, ਕਹਿੰਦੀਆਂ ਵੀ ਅਸੀਂ ਤਾਂ ਤੁਹਾਡੇ ਕਰਕੇ ਜਿਹੜਾ ਤੁਸੀਂ ਪ੍ਰਚਾਰ ਪ੍ਰਸਾਰ ਕੀਤਾ ਤੇ ਸਾਨੂੰ ਪਤਾ ਲੱਗਿਆ। ਬਹੁਤਿਆਂ ਨੂੰ ਚੀਕਾ ਲਾ ਲਓ ਤੁਸੀਂ, ਹੈੱਡ ਆਫਿਸ ਆ ਸਾਡਾ ਉੱਥੇ, ਜਦੋਂ ਅਸੀਂ ਸੇਵਾ ਸੰਭਾਲੀ ਆ ਉੱਥੇ, ਜਦੋਂ ਚੋਣ ਹੋਈ ਆ ਸਾਡੀ, ਤਾਂ ਉਦੋਂ ਬਹੁਤਿਆਂ ਨੂੰ, ਜਦੋਂ ਮੈਂ ਪ੍ਰਧਾਨ ਬਣਿਆ ਹਾਈਲਾਈਟ ਹੋਈ ਗੱਲ, ਤਾਂ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਵੀ ਹਰਿਆਣਾ ਕਮੇਟੀ ਵੀ ਕੋਈ ਹੈਗੀ ਤੇ ਉਹਦਾ ਹੈੱਡਕੁਆਟਰ ਚੀਖੇ 'ਚ ਆ, ਪਤਾ ਵੀ ਨਹੀਂ ਸੀਗਾ। ਤੇ ਜਦੋਂ ਅਸੀਂ ਸੇਵਾ ਸੰਭਾਲੀ, ਬਰਾਬਰ ਹਰ ਰੋਜ਼ ਨਿਊਜ਼ ਛਪਣੀ, ਕਿਤੇ ਨਾ ਕਿਤੇ ਪ੍ਰਚਾਰ ਪ੍ਰਸਾਰ ਹੋਣਾ। ਤੇ ਦੇਖੋ ਇੱਕ ਛੋਟੀ ਜਿਹੀ ਆਟੇ 'ਚ ਲੂਣ ਦੇ ਬਰਾਬਰ ਬਜਟ ਨਹੀਂ ਤੇ ਉਹਨਾਂ ਦੇ ਬਰਾਬਰ ਉਹ ਕਮੇਟੀ, ਜਿੱਥੇ ਸ਼੍ਰੋਮਣੀ ਕਮੇਟੀ ਦਾ ਨਾਂ ਛਪਣਾ, ਦਿੱਲੀ ਕਮੇਟੀ ਦਾ ਨਾਂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਂ ਛਪਣਾ। ਤੇ ਇਹ ਜਿਹੜੀ ਸਾਡੀ ਸਟਰਗਲ ਸੀ ਜ਼ਿੰਦਗੀ ਦੀ, ਜੋ ਅਸੀਂ ਸੰਘਰਸ਼ ਕੀਤਾ, ਉਹਦੇ ਨਾਲ ਮੇਰੇ ਇੱਧਰ ਸੇਵਾ 'ਚ ਆਉਣ ਦੇ ਕਰਕੇ ਇਹਦਾ ਹੋਰ ਨਾਂ ਜਿਹੜਾ ਸੀਗਾ ਉਹ ਉੱਚਾ ਹੋਇਆ। ਤੇ ਪਰ ਮੈਂ ਇੰਨੀ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਨਾ ਤਾਂ ਮੈਂ ਇਹ ਕਮੇਟੀ ਬਣਾਈ ਸੀ, ਬਣਾਈ ਹਰਿਆਣਾ ਸਰਕਾਰ ਨੇ, ਬਣਾਈ ਮਾਨਤਾ ਦਿੱਤੀ ਸੁਪਰੀਮ ਕੋਰਟ ਨੇ, ਅਸੀਂ ਤਾਂ ਇੱਕ ਸੇਵਾ ਕੀਤੀ, ਲੜਾਈ ਲੜੀ। ਇਹ ਤਾਂ ਇੱਕ ਤਾਂ ਸਾਨੂੰ ਇਹ ਮਾਣ ਰਹੂਗਾ ਅਸੀਂ ਸੇਵਾ ਸੰਭਾਲ ਸੁਚੱਜੀ ਕੀਤੀ ਤੇ ਸਾਡੀ ਮੁੱਖ ਸੇਵਾਦਾਰੀ 'ਚ ਇਹਨੂੰ ਕਾਨੂੰਨੀ ਮਾਨਤਾ ਮਿਲੀ। ਦੂਜਾ ਮੈਨੂੰ ਇਸ ਗੱਲ ਦਾ ਮਾਣ ਰਹੂਗਾ ਕਿ ਮੈਂ ਪੈਟਰਨ ਵਾਲਾ ਉਹਦਾ ਜਿਹੜਾ ਸਰਪ੍ਰਸਤ ਵਾਲਾ, ਜੋ ਅਸੀਂ ਸਮਝਦੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਹੁਦਾ ਵਾ,
ਇਹ ਮੈਂ ਪ੍ਰਵਾਨ ਨਹੀਂ ਕੀਤਾ। ਭਾਵੇਂ ਮੈਨੂੰ ਹਰਿਆਣਾ ਸਰਕਾਰ ਮੁੱਖ ਮੰਤਰੀ ਸਾਹਿਬ ਦਾ ਇਲੈਕਸ਼ਨ ਤੋਂ ਜਦੋਂ ਇਹ ਹੋ ਰਹੀ ਸੀ ਉਹ 10 ਮਿੰਟ ਪਹਿਲਾਂ ਵੀ ਫੋਨ ਆਇਆ, 5-7 ਮਿੰਟ ਮੇਰੇ ਨਾਲ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ। ਮੈਂ ਕਿਹਾ ਮੁੱਖ ਮੰਤਰੀ ਸਾਹਿਬ ਮੈਂ ਇਹ ਜਿਹੜਾ ਅਹੁਦਾ ਇਹ ਪ੍ਰਵਾਨ ਨਹੀਂ ਕਰ ਸਕਦਾ, ਪੈਟਰਨ ਵਾਲਾ ਜਿਹੜਾ ਸਰਪ੍ਰਸਤ ਵਾਲਾ ਮੈਂ ਨਹੀਂ ਬਣਾ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦਾ। ਤਾਂ ਮੈਂ ਤੁਹਾਨੂੰ ਅਪੀਲ ਕਰਦਾ ਕਿਸੇ ਹੋਰ ਨੂੰ ਬਣਾ ਦਿਓ। ਇੱਕ ਥੋੜੀ ਜਿਹੀ ਗੱਲ ਇੱਥੇ ਸਪਸ਼ਟ ਕਿ ਜਿਹੜਾ ਮਹੰਤ ਕਰਮਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਤਾਂ ਉਹ ਸਪਸ਼ਟ ਤੌਰ ਤੇ ਫਿਰ ਮੁੱਖ ਮੰਤਰੀ ਵੱਲੋਂ ਜਿਹੜਾ ਹੈ ਬਣਾਇਆ ਗਿਆ। ਦੇਖੋ ਇਹ ਤਾਂ ਸਰਕਾਰ ਦੀ ਬਣਾਈ ਕਮੇਟੀ ਹੈ, ਸਰਕਾਰ ਵੱਲੋਂ ਅਨਾਉਂਸ ਹੋਇਆ ਉੱਥੇ ਬਕਾਇਦਾ। ਉਹ ਤਾਂ ਅੰਦਰ ਦਾ ਜਿਹੜੀ ਜਿੱਦਾਂ ਹੋਈ ਆ ਨਾ, ਅੱਜ ਮੇਰੇ ਕੋਲ ਮੈਂਬਰ ਸਾਹਿਬਾਨ ਆਏ ਸੀਗੇ, ਉਹਨਾਂ ਨੇ ਦੱਸਿਆ ਜਿਹੜੇ ਬਾਅਦ ਵਿੱਚ ਅੰਦਰ ਰਹੇ ਆ, ਉਹ ਅੱਜ ਮੇਰੇ ਕੋਲ ਇੱਥੇ ਗੁਰਦੁਆਰਾ ਦਾਦੂ ਸਾਹਿਬ ਆਏ, ਉਹਨਾਂ ਨੇ ਦੱਸਿਆ ਵੀ ਬਾਅਦ ਚ ਕੀ ਕੁਛ ਹੋਇਆ ਉੱਥੇ। ਇੱਕ ਉਹ ਨਾਂ ਬੋਲ ਦਿੰਦਾ ਸੀਗਾ, ਦੂਜਾ ਤਾਇਦ ਕਰਦਾ, 2 ਬੰਦੇ ਸੀਗੇ ਜਿਹੜੇ ਉਹੀ ਸਾਰਾ ਕੁਛ ਕਰੀ ਗਏ, ਸਾਰਿਆਂ ਦੇ ਨਾਂ ਬੜਾ ਫਿਰ ਰੌਲਾ ਰੱਪਾ ਵੀ ਪਿਆ ਅੰਦਰ, ਬਹੁਤ ਕਾਫੀ ਕੁਛ ਹੋਇਆ। ਇਹ ਜਿਹੜੇ ਮੈਂਬਰ ਸਾਹਿਬਾਨ ਤੁਸੀਂ ਉਹਨਾਂ ਚੋਂ ਕਿਸੇ ਦੀ ਮੈਂ ਸਮਝਦਾ ਇੰਟਰਵਿਊ ਲਓ ਜਿਹੜੇ ਅੰਦਰ ਰਹੇ, ਕਿਉਂਕਿ ਮੈਂ ਤਾਂ ਵਾਕਆਊਟ ਕਰਕੇ ਬਾਹਰ ਆ ਗਿਆ ਸੀ, ਬਾਈਕਾਟ ਕਰਕੇ, ਉਹ ਤੁਹਾਨੂੰ ਦੱਸਣਗੇ ਸਾਰਾ ਕੁਝ। ਪਰ ਮੈਂ ਇੰਨਾ ਕੁ ਜ਼ਰੂਰ ਕਹਿਣਾ ਚਾਹੁੰਦਾ ਕਿ ਦੇਖੋ ਜਿਹੜੀਆਂ ਸਰਕਾਰਾਂ ਦੀਆਂ ਬਣਾਈਆਂ ਕਮੇਟੀਆਂ, ਸਰਕਾਰਾਂ ਉਹਦੇ 'ਚ ਇਨਵੋਲਵ ਹੁੰਦੀਆਂ ਨੇ। ਸਰਕਾਰੀ ਪੱਖ ਸ਼੍ਰੋਮਣੀ ਕਮੇਟੀ ਆ, ਉਹਦੇ ਵਿੱਚ ਵੀ ਤਾਂ ਦੇਖੋ ਸਰਕਾਰ ਇਨਵੋਲਵ, ਪਹਿਲਾਂ DC ਆਉਂਦਾ, ਹੁਣ ਵੀ ਦਰਬਾਰ ਸਾਹਿਬ ਦੇ ਵਿੱਚ ਸਿਵਲ ਦੇ ਵਿੱਚ ਪੁਲਿਸ ਖੜੀ ਰਹਿੰਦੀ ਆ, ਔਰ ਹੋਰ ਵੀ ਸਾਰਾ ਕੁਝ ਜਿਹੜਾ ਹੈਗਾ ਉੱਥੇ ਪ੍ਰਬੰਧ ਕਈ ਤਰ੍ਹਾਂ ਦੇ। ਅੱਜ ਵੀ ਕੋਈ ਗੱਲਬਾਤ ਹੋਵੇ ਉਹਨਾਂ ਨੂੰ ਵੀ ਤੇ ਸਰਕਾਰੀ ਜਿਹੜੀ ਆ ਉਹ ਸਹਿਯੋਗ, ਦਿੱਲੀ ਕਮੇਟੀ ਉਹਦੇ 'ਚ ਵੀ ਸਰਕਾਰ ਦੀ ਇਨਵੋਲਵਮੈਂਟ ਜਿਹੜੀ ਆ ਉਹ ਰਹਿੰਦੀ ਆ। ਸਹੀ ਹਾਂ, ਅਸੀਂ ਇੰਨਾ ਕਾ ਵੀ ਅਸੀਂ ਗੁਰ ਸਿਧਾਂਤਾਂ 'ਚ, ਗੁਰ ਮਰਿਆਦਾ ਦੇ ਵਿੱਚ ਕੋਈ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਣ ਦੇਣੀ। ਬਾਕੀ ਜਿਹੜਾ ਚਲੋ ਕਮੇਟੀਆਂ ਚੁਣਨੀਆਂ, ਮੈਂਬਰ ਹੁਣ ਬਣਾਏ ਉਹਨਾਂ ਨੇ ਚੁਣੇ ਅੱਗੇ, ਜਾਂ ਤਾਂ ਇਹ ਹੁੰਦਾ ਵਧੀਆ ਕਿ ਹਰਿਆਣਾ ਸਰਕਾਰ ਚੰਗੀ ਪਿਰਤ ਪਾਉਂਦੀ। ਜਦੋਂ ਫੈਸਲਾ ਆ ਗਿਆ ਸੀ ਉਹ ਕਹਿੰਦੇ ਵੀ ਤੁਸੀਂ ਭਾਈ ਸਿੱਖਾਂ ਚੋਂ 41 ਮੈਂਬਰ ਚੁਣ ਕੇ ਲਿਆਓ ਤੇ ਅਸੀਂ ਉਹਨੂੰ ਨੋਟੀਫਿਕੇਸ਼ਨ ਕਰ ਦਿੰਦੇ। ਅਸੀਂ ਚੁਣ ਕੇ ਦੇ ਦਿੰਦੇ ਸਿੱਖਾਂ ਦੇ ਵਿੱਚੋਂ, ਸਰਕਾਰ ਨੋਟੀਫਿਕੇਸ਼ਨ ਕਰ ਦਿੰਦੀ ਤੇ ਫਿਰ ਅਸੀਂ ਉਹ 41 ਬਹਿ ਕੇ, ਸਹੀ ਤਾਂ ਇਹ ਸੀ ਕਿ 41 ਦੇ 41 ਬਹਿ ਕੇ ਅਸੀਂ ਐਗਜ਼ੈਕਟਿਵ ਜਿਹੜੀ ਆ 11 ਮੈਂਬਰੀ ਚੁਣ ਲੈਂਦੇ। ਜੇ ਸਰਬਸੰਮਤੀ ਨਾਲ ਬਣਦੀ ਸਰਬਸੰਮਤੀ ਨਾਲ, ਜੇ ਵੋਟਿੰਗ ਨਾਲ ਬਣਦੀ ਵੋਟਿੰਗ ਨਾਲ ਚੁਣ ਕੇ ਲਿਜਾ ਕੇ ਕਹਿ ਦਿੰਦੇ ਵੀ ਭਾਈ ਆਹ ਸਾਡੀ 11 ਮੈਂਬਰੀ ਹੁਣ ਜਿਹੜੀ ਆ ਉਹ ਕੰਮ ਕਰੂਗੀ। ਫਿਰ ਤਾਂ ਇਹਦੇ ਚੋਂ ਬਿਲਕੁਲ ਹੀ ਦਖਲ ਜਿਹੜਾ ਸਰਕਾਰੀ ਮੈਂ ਸਮਝਦਾ ਖਤਮ ਹੋ ਜਾਂਦਾ। ਫਿਰ ਸਰਕਾਰ ਇੰਨੀ ਕੁ ਡਿਊਟੀ ਨਿਭਾ ਦੇ ਵੀ ਠੀਕ ਆ, ਜੋ ਸਰਕਾਰ ਦੀ ਡਿਊਟੀ ਆ ਤੁਸੀਂ ਐਡ ਹੌਕ ਦਾ ਐਲਾਨ ਕਰ ਦਿਓ, ਤੁਸੀਂ ਜਿਹੜਾ ਸੀਗਾ ਨੋਟੀਫਿਕੇਸ਼ਨ ਕਰ ਦਿਓ, ਤੁਸੀਂ ਸਿੱਖਾਂ ਨੂੰ ਕਹੋ ਵੀ ਲਿਆਓ ਚੁਣ ਕੇ, ਤੇ ਚੁਣ ਕੇ ਲਿਜਾਈ ਜਾਂਦੀ ਤੇ ਉਹ ਉਹਨਾਂ ਨੂੰ ਨੋਟੀਫਿਕੇਸ਼ਨ ਕਰ ਦਿੰਦੇ। ਫਿਰ ਉਹ ਐਗਜ਼ੈਕਟਿਵ ਜਿਹੜੀ ਆ ਆਪਸ 'ਚ ਬਹਿ ਕੇ ਜਿਹੜੀ ਆ ਉਹ ਜਰਨਲ ਹਾਊਸ ਜਿਹੜਾ ਸੀ ਐਗਜ਼ੈਕਟਿਵ ਚੁਣ ਲੈਂਦਾ। ਸਹੀ ਰਾਹ ਤਾਂ ਮੈਂ ਸਮਝਦਾ ਇਹ ਸੀਗਾ, ਪਰ ਇਹ ਲਾਗੂ ਨਹੀਂ ਹੁੰਦਾ, ਕਿਤੇ ਵੀ ਨਹੀਂ ਹੁੰਦਾ। ਚਾਹੇ ਉਹ ਪੰਜਾਬ ਵਿੱਚ ਹਰਿਆਣਾ, ਉਧਰ ਬਾਦਲ ਪਰਿਵਾਰ ਕਰ ਲੈਂਦਾ ਸੀ, ਇੱਧਰ ਹਰਿਆਣਾ ਸਰਕਾਰ ਆ, ਠੀਕ ਹੈ ਨਾ, ਗੱਲ ਤਾਂ ਇਹ ਨਹੀਂ ਗਾ। ਉਧਰ ਅਸੀਂ ਤਾਂ ਇਹਦਾ ਵਿਰੋਧ ਕਰਦੇ ਹਾਂ ਵੀ ਚਲੋ ਸਰਕਾਰ ਦੀ ਇਨਵੋਲਵਮੈਂਟ ਤਾਂ ਹੁੰਦੀ, ਜਿਹਦੀ ਵੀ ਸਰਕਾਰ ਹੋਵੇ, ਉਧਰ ਪਾਰਟੀ ਇਨਵੋਲਵਮੈਂਟ ਕਰਦੀ ਸੀਗੀ ਤੇ ਇੱਧਰ ਸਰਕਾਰ ਨੇ ਇਨਵੋਲਵਮੈਂਟ ਆ ਇਹਦੇ 'ਚ। ਪਰ ਇੰਨਾ ਕੁ ਜ਼ਰੂਰ ਆ ਕਿ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਪ੍ਰਬੰਧਾਂ ਦੇ ਵਿੱਚ ਜਾਂ ਮਰਿਆਦਾ ਦੇ ਵਿੱਚ ਕੋਈ ਦਖਲਅੰਦਾਜ਼ੀ ਜਿਹੜੀ, ਹੁਣ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ, ਮੈਨੂੰ ਇਸ ਗੱਲ ਦਾ ਵੀ ਮਾਣ ਰਹੂ ਕਿ 2.5 ਸਾਲ ਮੈਂ ਪ੍ਰਬੰਧ ਚਲਾਤਾ, 2 ਮਹੀਨੇ ਘੱਟ, ਕਦੇ ਸਰਕਾਰ ਨੇ ਮੇਰੇ ਕੰਮ 'ਚ ਦਖਲਅੰਦਾਜ਼ੀ ਨਹੀਂ ਕੀਤੀ। ਮੁੱਖ ਮੰਤਰੀ ਸਾਹਿਬ ਦੀ ਪਿੱਠ ਸੁਣਦੀ ਆ, ਉਹਨਾਂ ਨੇ ਕਦੇ ਮੇਰੇ ਕੰਮ 'ਚ ਜਿਹੜਾ ਹੁਣ ਅਗਾਂਹ ਕੀ ਹੁੰਦਾ ਇਹ ਤਾਂ ਰੱਬ ਜਾਣਦਾ ਜਾਂ ਜਿਹੜਾ ਹੋਇਆ, ਪਰ ਜਿਹੜਾ ਪਿਛਲਾ 2.5 ਸਾਲ ਦਾ ਮੇਰਾ ਕਾਰਜਕਾਲ ਆ, ਕਦੇ ਵੀ ਮੁੱਖ ਮੰਤਰੀ ਸਾਹਿਬ ਨੇ, ਕਦੇ ਹਰਿਆਣਾ ਸਰਕਾਰ ਨੇ ਉਹਦੇ 'ਚ ਦਖਲਅੰਦਾਜ਼ੀ ਨਹੀਂ ਦਿੱਤੀ। ਅਸੀਂ ਜੋ ਕਿਹਾ, ਜਿੱਥੇ ਕਿਤੇ ਸਾਨੂੰ ਸਹਿਯੋਗ ਦੀ ਲੋੜ ਪਈ ਉਹਨਾਂ ਨੇ ਸਹਿਯੋਗ ਦਿੱਤਾ। ਇਸ ਗੱਲ ਦੀ ਮੈਂ ਉਹਨਾਂ ਦੀ ਪਿੱਠ ਪਿੱਛੇ ਵੀ ਸ਼ਲਾਘਾ ਕਰਦਾ। ਇਹ ਨਹੀਂ ਹੈ ਕਿ ਅੱਜ ਮੈਂ ਮੁੱਖ ਸੇਵਾਦਾਰ ਨਹੀਂ ਹਾਂ ਤੇ ਮੈਂ ਐਵੇਂ ਮੁੱਖ ਮੰਤਰੀ ਸਾਹਿਬ ਨਿੰਦੀ ਜਾਵਾਂ ਜਾਂ ਉਹਨਾਂ ਨੂੰ, ਸਰਕਾਰ ਨੂੰ ਨਿੰਦੀ ਜਾਵਾਂ, ਨਹੀਂ। ਜਿਹੜੀ ਗੱਲ ਹੈ ਉਹ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਉਹਨਾਂ ਦੀ ਇਸ ਗੱਲ ਦੀ ਸ਼ਲਾਘਾ ਬਣਦੀ ਹੈ। ਇੱਕ ਜਿਹੜਾ ਤੁਸੀਂ ਕਹਿ ਰਹੇ ਵੀ 2 ਸਵਾ 2 2.5 ਸਾਲ ਦੇ ਵਿੱਚ ਤੁਸੀਂ ਇੱਥੇ ਸੁਧਾਰ ਕੀਤੇ ਨੇ, ਗੁਰੂ ਘਰ ਦੇ ਨਾਲ ਸੰਗਤ ਜੁੜ ਗਈ ਹੈ, ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਹਰਿਆਣੇ ਦੀ ਕਮੇਟੀ ਵੀ ਹੈ, ਕੋਈ ਪ੍ਰਧਾਨ ਵੀ ਹੈ, ਇਹਦੇ ਮੈਂਬਰ ਵੀ ਹੈ, ਤਾਂ ਮਹੰਤ ਕਰਮਜੀਤ ਸਿੰਘ ਦੇ ਉਹ ਸੇਵਾ ਸੰਭਲਣ ਦੇ ਨਾਲ ਕੀ ਜਿਹੜਾ ਉਹ ਕੱਦ ਵੱਡਾ ਹੋਇਆ ਸੀ, ਜਾਂ ਇੱਕ ਜਿਹੜਾ ਜਿੱਦਾਂ ਬੜਾ ਮਾਣ ਸਤਿਕਾਰ ਲੋਕਾਂ 'ਚ ਤੁਸੀਂ ਕਹਿੰਦੇ ਵੱਧ ਗਿਆ ਸੀ, ਤਾਂ ਉਹਦਾ ਨੁਕਸਾਨ ਵੀ ਹੋਊਗਾ। ਜਿਹੜੀਆਂ ਗੋਲਕਾਂ ਦੇ ਵਾਧੇ ਹੋ ਗਏ ਸੀਗੇ, ਉਹ ਤਾਂ ਹੋ ਹੀ ਕਿ ਯੋਗ ਬੰਦਾ ਅਗਵਾਈ ਨਾ ਕਰੂਗਾ ਤਾਂ ਨੁਕਸਾਨ ਹੋਊਗਾ। ਦੇਖੋ ਉਹ ਤਾਂ ਤੁਹਾਡੇ ਸਾਹਮਣੇ ਹੋ ਗਿਆ ਕਿ ਸੰਗਤਾਂ, ਹੁਣ ਜੇ ਕਿਤੇ ਗੁਰਦੁਆਰੇ 'ਚ ਚੰਗੇ ਪ੍ਰਬੰਧਕ ਹੋਣ ਨਾ ਤਾਂ ਉਸ ਗੁਰਦੁਆਰੇ ਦੀ ਸੇਵਾ ਸੰਭਾਲ ਹਰ ਚੀਜ਼ 'ਚ ਵਾਧਾ ਹੁੰਦਾ। ਜੇ ਕਿਤੇ ਪ੍ਰਬੰਧਕ ਮਾੜੇ ਬਹਿ ਜਾਣ ਤੇ ਤੁਹਾਨੂੰ ਪਤਾ ਉੱਥੇ ਫਿਰ ਕੋਈ ਆਉਂਦਾ ਨਹੀਂ ਆ, ਫਿਰ ਬਹੁਤ ਘੱਟ ਜਿਹੜਾ ਹੈਗਾ ਸੰਗਤਾਂ ਕਹਿੰਦੀਆਂ ਕੀ ਕਰਨੇ, ਉਹ ਪ੍ਰਬੰਧਕ ਆ ਕੁਛ ਕਰੀ ਜਾਂਦੇ ਹਨਾ ਉੱਥੇ।
ਤੋ ਇਸ ਕਾਰਨ ਕਰਕੇ ਮੈਂ ਸਮਝਦਾ ਕਿ ਮਹੰਤ ਕਰਮਜੀਤ ਸਿੰਘ ਨਾਲ ਇਹ ਪ੍ਰਬੰਧ ਟੇਕ ਓਵਰ ਕਰਨਾ, ਉਹਦੇ ਕੋਲ ਤੇ ਆਪਣੇ ਇੱਕ ਡੇਰੇ ਚੋਂ, ਜਿਹਦੇ ਡੇਰੇ ਚੋਂ ਉਹ ਰਹਿੰਦਾ ਸੀ ਪਹਿਲਾਂ ਗਿਆ, ਤੇ ਉਹਦਾ ਕੇਸ ਵੀ ਕਹਿੰਦੇ ਉਹਨੇ ਜਿੱਤਿਆ, ਤੇ ਉਹਦਾ ਨਹੀਂ ਪ੍ਰਬੰਧ ਲੈ ਸਕਿਆ। ਤੇ ਉਹ ਹਰਿਆਣਾ ਕਮੇਟੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਇਹ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਦੇਖਾਂਗੇ। ਅਸੀਂ ਤਾਂ ਚਲੋ ਪਾਸੇ ਆ ਵੀ ਉਹ ਹੁਣ ਕੀ ਪ੍ਰੋਗਰਾਮ ਦਿੰਦੇ ਆ, ਕਿਸ ਤਰ੍ਹਾਂ ਸੇਵਾ ਸੰਭਾਲ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਡਾ ਹਮੇਸ਼ਾ ਸਹਿਯੋਗ ਰਹੂਗਾ। ਹਰਿਆਣੇ ਦੇ ਸਿੱਖਾਂ ਨੂੰ ਲਾਮਬੰਦ ਕਰਾਂਗੇ। ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਜਲਦੀ ਵਾਰਡਬੰਦੀ ਕਰੇ, ਵੋਟਾਂ ਬਣਾਏ, ਕਮਿਸ਼ਨ ਬਣਾਏ, ਤੇ ਹਰਿਆਣੇ ਦੇ ਸਿੱਖ ਜਿਹੜੇ ਖੁਦ ਵੋਟਾਂ ਪਾ ਕੇ ਚੁਣ ਕੇ ਆਪਣੇ ਨੁਮਾਇੰਦੇ ਜਿਹੜੇ ਉਹ ਭੇਜਣ, ਤੇ ਫਿਰ ਉਹ ਸਹੀ ਨੁਮਾਇੰਦੇ ਜਿਹੜੇ 5 ਸਾਲ ਲਈ ਚੁਣੇ ਜਾਣੇ ਆ, ਉਹ ਫਿਰ ਜਾ ਕੇ ਆਪਣਾ ਪ੍ਰਬੰਧ ਸੇਵਾ ਸੰਭਾਲ ਜਿਹੜੀ ਆ ਉਹ ਕਰਨ। ਉਹਦੇ ਵਾਸਤੇ ਅਸੀਂ ਜਿਹੜਾ ਵਾ ਉਹ ਹਰਿਆਣੇ ਦੀਆਂ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਕਮਰ ਕੱਸੇ ਕਰਨ, ਤੇ ਦੂਜੇ ਪਾਸੇ ਹਰਿਆਣਾ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਹ ਕਾਰਜ ਨੂੰ ਜਿਹੜਾ ਜਲਦੀ ਨੇਪੜੇ ਚਾੜਨ। ਤੇ ਤੀਜਾ ਜਿਹੜਾ ਹੈਗਾ, ਜਿਹੜਾ ਤੁਸੀਂ ਖਦਸ਼ਾ ਜ਼ਾਹਰ ਕੀਤਾ, ਇਹ ਆਉਣ ਵਾਲੇ ਦਿਨਾਂ 'ਚ ਦੇਖ ਕੇ ਹੀ ਆ ਵਰਕ। ਅਸੀਂ ਤਾਂ ਸਗੋਂ ਦੁਆ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸ ਜਿਹੜਾ ਹੈਗਾ ਸੇਵਾ ਸੰਭਾਲ ਨੂੰ ਚੰਗੀ ਤਰ੍ਹਾਂ, ਪਰ ਜਿਹੜਾ ਬੰਦਾ ਮੋਢੀ ਲਾਇਆ ਗਿਆ, ਸਾਨੂੰ ਉਹਦੇ ਤੇ ਇਤਰਾਜ਼ ਹੈ ਕਿ ਉਹਨੂੰ, ਜਿਹੜੇ ਸਰਕਾਰ ਨੂੰ ਤੇ ਮੈਂਬਰ ਸਾਹਿਬਾਨਾਂ ਨੂੰ ਚਾਹੀਦਾ ਕਿ ਉਹਨੂੰ ਬਦਲ ਕੇ ਚੰਗਾ ਸਿੱਖ ਜਿਹੜਾ ਉਹ ਮੂਹਰੇ ਲਾਇਆ ਜਾਵੇ। ਜਿਹੜਾ ਨਸ਼ੇ ਦਾ ਆਦੀ ਆ, ਉਹ ਸਿੱਖਿਆ ਅੱਗੇ ਜਿਹੜੀ ਉਹ ਕੀ ਦੇ ਸਕੇਗਾ, ਜਾਂ ਉਹ ਕੀ ਪ੍ਰਬੰਧ ਜਿਹੜਾ ਉਹ ਚਲਾ ਸਕੇਗਾ। ਇਹ ਮੇਰਾ ਇਤਰਾਜ਼ ਆ। ਸਿਰਫ ਮੇਰਾ ਇਸ ਗੱਲ ਤੇ ਇਤਰਾਜ਼ ਆ ਕਿ ਅਸੀਂ 1921 'ਚ ਮਹੰਤਾਂ ਤੋਂ ਗੁਰਦੁਆਰੇ ਯਾਦ ਕਰਾਏ ਤੇ 2022 ਦੇ ਵਿੱਚ ਮਹੰਤ ਨੂੰ ਸੌਂਪ ਦਿੱਤਾ। ਏਡੀ ਵੱਡੀ ਸੰਸਥਾ, ਇੱਕ ਡੇਰੇ ਦਾ ਮਹੰਤ ਹੋਣਾ ਹੋਰ ਗੱਲ ਆ, ਪਰ ਇਹਦੀ ਕਮੇਟੀ ਦੀ ਵਾਗਡੋਰ ਦੇਣੀ ਜਿਹੜੀ ਹੈ ਇਹ ਬੜੀ ਵੱਡੀ ਗੱਲ। ਉਹਨੂੰ ਸੰਗਤਾਂ ਨੇ ਐਕਸੈਪਟ ਨਹੀਂ ਕੀਤਾ। ਤੁਸੀਂ ਪੂਰੇ ਹਰਿਆਣੇ 'ਚੋਂ ਕਿਤੇ ਇੰਟਰਵਿਊ ਲੈ ਲਓ ਜਾ ਕੇ, ਕਿਸੇ ਦੀ ਜਮਨਾ ਨਗਰ ਚਲੇ ਜਾਓ, ਉੱਥੇ ਇੰਟਰਵਿਊ ਲੈ ਲਓ। ਸੰਗਤਾਂ ਨੇ ਹੁਣ ਪੁਰਾਣੇ ਮੈਂਬਰ ਸਾਹਿਬਾਨ ਵੀ ਮੇਰੇ ਨਾਲ ਸੰਪਰਕ ਕਰ ਰਹੇ ਆ, ਨਵਿਆਂ 'ਚੋਂ ਵੀ ਬਹੁਤ ਸਾਰੇ। ਉਹ ਕਹਿੰਦੇ ਆਪਣੇ ਆਪ ਨੂੰ ਠੱਗੇ ਜੇ ਮਹਿਸੂਸ ਕਰ ਰਹੇ ਆ ਵੀ ਅਸੀਂ ਠੱਗੇ ਗਏ, ਸਾਡੇ ਹਰਿਆਣੇ ਦੇ ਸਿੱਖਾਂ ਨਾਲ ਮਖੌਲ ਜਿਹਾ ਹੋ ਗਿਆ, ਮਜ਼ਾਕ ਜਿਹਾ ਹੋ ਗਿਆ ਕਹਿੰਦੇ। ਤੇ ਇਸ ਵਾਸਤੇ ਸਾਰੇ ਸੰਗਤਾਂ 'ਚ ਰੋਸ ਵੀ ਆ, ਗੁੱਸਾ ਵੀ ਆ। ਤਾਂ ਹੀ ਮੈਂ ਹਰਿਆਣਾ ਸਰਕਾਰ ਨੂੰ ਅਪੀਲ ਕਰ ਰਿਹਾ ਕਿ ਉਹ ਆਪਣੇ ਇਸ ਜ਼ਰੂਰ ਸੋਚਣ ਇਸ ਗੱਲ ਤੇ ਕਿ ਜਿਹੜਾ ਮਹੰਤ ਕਰਮਜੀਤ ਸਿੰਘ ਨੂੰ ਬਣਾਇਆ ਗਿਆ, ਸੰਗਤਾਂ ਐਕਸੈਪਟ ਨਹੀਂ ਕਰ ਰਹੀਆਂ ਜੀ। ਤਾਂ ਹਰਿਆਣਾ ਸਰਕਾਰ ਵੱਲੋਂ ਬਣਾਈ ਗਈ ਐਡਹਾਕ 38 ਮੈਂਬਰੀ ਕਮੇਟੀ ਵੱਲੋਂ ਚੁਣੇ ਗਏ ਮਹੰਤ ਪ੍ਰਧਾਨ ਕਰਮਜੀਤ ਸਿੰਘ ਮਹੰਤ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜਿਹੜੇ ਉਹ ਵੀ ਅਸੰਤੁਸ਼ਟ ਨੇ, ਤੇ ਹਰਿਆਣੇ ਦੇ ਸਿੱਖ ਵੀ ਜਿਹੜਾ ਇਹਨਾਂ ਦਾ ਕਹਿਣਾ ਵੀ ਉਹ ਅਸੰਤੁਸ਼ਟ ਨੇ। ਔਰ ਬਹੁਤ ਸਾਰੇ ਸਿੱਖ ਇੱਥੇ ਆਉਂਦੇ ਨੇ, ਪੁਰਾਣੇ ਮੈਂਬਰ ਜਿਹੜੇ ਰਹਿ ਚੁੱਕੇ ਨੇ ਜਾਂ ਮੈਂਬਰਾਂ ਦੇ ਸੰਗੀ ਰਹਿ ਚੁੱਕੇ ਸਿੱਖ ਸੰਗਤ ਹਰਿਆਣੇ ਦੀ, ਉਹ ਕਹਿੰਦੇ ਵੀ ਇਹ ਜਿਹੜਾ ਹੈਗਾ ਬੰਦਾ ਪ੍ਰਧਾਨ ਦੇ ਕਾਬਿਲ ਨਹੀਂ ਹੈ। ਤਾਂ ਸਪਸ਼ਟ ਤੇ ਇਹ ਹੋ ਜਾਏਗਾ ਕਿਉਂਕਿ ਲੰਮਾ ਸਮਾਂ ਜਦੋਂ ਲੋਕਾਂ 'ਚ ਵਿਚਰਨਾ ਹੋਊਗਾ, ਕਿਉਂਕਿ ਬਹੁਤ ਵੱਡਾ ਦਾਇਰਾ ਹੈ ਹਰਿਆਣਾ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਛੋਟਾ ਨਹੀਂ ਹੈ। ਬੜੀ ਵੱਡੀ ਗਿਣਤੀ 'ਚ ਸਿੱਖ ਸੰਗਤ ਜਾਂ ਹਰਿਆਣੇ ਦੇ ਵਸਨੀਕ, ਹਰਿਆਣੇ ਦੇ ਜਿਹੜੇ ਨਾਗਰਿਕ ਲੋਕ ਹੈ ਜਿਹੜੇ ਗੁਰਦੁਆਰਿਆਂ ਦੇ ਨਾਲ ਜੁੜੇ ਹੋਏ ਹੈ, ਜਦੋਂ ਉਹ ਹੋਰ ਜਿੱਦਾਂ ਪੰਜਾਬ ਦੇ ਵਿੱਚ ਵੱਡੇ ਗੁਰਦੁਆਰਿਆਂ 'ਚ ਜਾਂਦੇ ਨੇ ਜਾਂ ਵੱਡੇ ਇਤਿਹਾਸਕ ਗੁਰਦੁਆਰੇ ਸਮਾਗਮਾਂ 'ਚ ਜਾਂਦੇ ਨੇ, ਉੱਥੋਂ ਦੇ ਪ੍ਰਬੰਧ, ਉੱਥੋਂ ਦੀ ਸਾਂਭ ਸੰਭਾਲ, ਉਹਨਾਂ ਦੇ ਜਿਹੜੇ ਹੈਗੇ ਆ ਪੂਰੇ ਦੇ ਪੂਰੇ ਜਿਹੜੇ ਪ੍ਰਚਾਰ ਤੰਤਰ ਨੂੰ ਦੇਖਦੇ ਨੇ, ਤਾਂ ਕੀ ਉਹਨਾਂ ਨੂੰ ਹਰਿਆਣੇ ਦੇ ਵਿੱਚ ਵੀ ਉਹ ਚੀਜ਼ ਮਹੰਤ ਕਰਮਜੀਤ ਸਿੰਘ ਦੀ ਅਗਵਾਈ ਦੇ ਵਿੱਚ ਬਣੀ ਕਮੇਟੀ ਦੇ ਵਿੱਚੋਂ ਨਜ਼ਰ ਆਏਗੀ ਜਾਂ ਨਹੀਂ ਆਏਗੀ। ਤਾਂ ਅਗਲੀ ਗੱਲ ਜਿਹੜੀ ਅਸਲ ਜਿਹੜਾ ਹੈਗਾ ਉਹ ਨੀਹਾਂ ਜਦੋਂ ਮਜ਼ਬੂਤ ਹੋਣਗੀਆਂ ਹਰਿਆਣਾ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਕਿਉਂਕਿ ਹਾਲੇ ਤੇ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਬਿਲਕੁਲ ਛੋਟੀ ਬੱਚਾ ਜਿੱਦਾਂ ਹੁੰਦਾ, ਕਿਉਂਕਿ 1 ਤਰੀਕ ਨੂੰ ਜਿਹੜਾ ਕਿ ਉਹ ਐਲਾਨ ਕੋਰਟ ਵੱਲੋਂ ਹੋਇਆ, ਤਾਂ ਨੀਂਹ ਜਿਹੜੀ ਹੈ ਉਹ ਰੱਖ ਦਿੱਤੀ ਗਈ ਹੈ। ਵੋਟਾਂ ਬਣਨਗੀਆਂ, ਵਾਰਡਬੰਦੀ ਹੋਏਗੀ, ਸਭ ਕੁਝ ਹੋ ਕੇ ਫਿਰ ਜਿਹੜਾ ਉਹ ਹਰਿਆਣੇ ਦੀ ਕਮੇਟੀ ਨੇ ਅੱਗੇ ਵਧਣਾ। ਹਰਿਆਣੇ ਦੇ ਵਿੱਚ ਜੰਮੇ ਪੱਲੇ ਜਿਹੜੇ ਸਿੱਖ ਆ, ਹਰਿਆਣੇ ਦੇ ਸਿੱਖਾਂ ਦੇ ਬੱਚੇ ਜਿਹੜੇ ਹਰਿਆਣੇ ਦੇ ਸਿੱਖਾਂ ਦੀਆਂ ਧੀਆਂ ਜਿਹੜੀਆਂ ਨੇ, ਉਹਨਾਂ ਨੇ ਇਸ ਕਮੇਟੀ ਦੇ ਵਿੱਚ ਬਤੌਰ ਮੈਂਬਰ, ਬਤੌਰ ਵੋਟਰ ਉਹਨਾਂ ਨੇ ਚੁਣਨਾ। ਤਾਂ ਆਉਣ ਵਾਲਾ ਸਮਾਂ ਹਰਿਆਣੇ ਦੇ ਸਿੱਖਾਂ ਦੇ ਲਈ ਬੜਾ ਅਹਿਮ ਹੈ, ਕਿਉਂਕਿ ਇੱਕ ਨਵੀਂ ਬੜੀ ਕਮੇਟੀ ਜਿਹੜੀ ਹੈ ਉਹਨੇ ਹਰਿਆਣੇ ਦੇ ਵਿੱਚ ਗੁਰਦੁਆਰਿਆਂ ਦਾ, ਹਰਿਆਣੇ ਦੇ ਵਿੱਚ ਸਿੱਖੀ ਦਾ ਪ੍ਰਚਾਰ, ਹਰਿਆਣੇ ਦੇ ਵਿੱਚ ਸਿੱਖ ਸੰਸਥਾਵਾਂ ਦੀ ਨਵੀਂ ਸਥਾਪਨਾ, ਪੁਰਾਣੀਆਂ ਸੰਸਥਾਵਾਂ ਨੂੰ ਉੱਚਾ ਚੁੱਕਣਾ, ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਸਪਸ਼ਟ ਹੋਣਗੀਆਂ। ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਉਡੀਕ ਦੀ ਤੇ ਪਰਖ ਦੀ ਘੜੀ ਹੋਊਗੀ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਵੀ ਮਹੰਤ ਕਰਮਜੀਤ ਸਿੰਘ ਨਸ਼ੇ ਦਾ ਆਦੀ ਹੈ, ਤਾਂ ਜਿਸ ਇਨਸਾਨ ਦੇ ਉੱਤੇ ਏਡੇ ਵੱਡੇ ਇਲਜ਼ਾਮ ਲੱਗ ਰਹੇ ਨੇ ਵੀ 5 ਦਿਨਾਂ ਦੇ ਵਿੱਚ ਤੂੰ ਡੋਪ ਟੈਸਟ ਕਰਾ ਲਾ, 3 ਦਿਨ ਬੀਤ ਚੁੱਕੇ ਨੇ, ਤਾਂ ਏਡੇ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਘਿਰਿਆ ਹੋਇਆ ਆਦਮੀ ਜਿਹੜਾ ਉਹ ਕਿਸ ਤਰ੍ਹਾਂ ਏਡੀ ਵੱਡੀ ਕਮੇਟੀ ਨੂੰ ਜਿਹੜਾ ਉਹ ਲੀਡ ਕਰ ਸਕਦਾ ਹੈ, ਕਿਸ ਤਰ੍ਹਾਂ ਪੂਰੀ ਕਮੇਟੀ ਨੂੰ ਸਿੱਖ ਪ੍ਰਚਾਰ ਦੇ ਤੌਰ 'ਤੇ ਲੈ ਸਕਦਾ, ਇਹ ਉਡੀਕ ਬਣੀ ਰਹੂਗੀ। ਬਹੁਤ ਬਹੁਤ ਸ਼ੁਕਰੀਆ ਦਾਦੂਵਾਲ ਸਾਹਿਬ, ਤੁਸੀਂ ਸਮਾਂ ਕੱਢਿਆ ਜੀ। ਤੁਹਾਡਾ ਵੀ ਤੇ ਸਾਰੇ ਸਰੋਤਿਆਂ ਦਾ ਜੀ, ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।